ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀਆਂ ਪੰਕਤੀਆਂ ਵਿੱਚ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਯਾਨੀ ਜੋ ਸੁੱਖਾਂ ਦੀ ਮਣੀ ਹੈ, ਭਾਵ ਜੋ ਸੁੱਖਾਂ ਦਾ ਮੂਲ ਹੈ, ਉਹ ਹੈ ਪ੍ਰਭੂ ਦਾ ਹੁਕਮ। ਤੇ ਜੋ ਪ੍ਰਭੂ ਦੇ ਹੁਕਮ ਨੂੰ ਮੰਨਦੇ ਨੇ, ਹੁਕਮ ਰਜਾ ਵਿੱਚ ਤੁਰਦੇ ਨੇ, ਉਹ ਪ੍ਰਭੂ ਦੇ ਭਗਤ ਅਖਵਾਉਂਦੇ ਨੇ। ਭਾਵ ਕਿ ਰੱਬੀ ਰਜਾ ਦੇ ਵਿੱਚ ਤੁਰਨਾ ਹੀ ਪ੍ਰਭੂ ਦੀ ਭਗਤੀ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਦੀ ਭਗਤੀ ਹੈ। ਤੇ ਜੋ ਰੱਬ ਦਾ ਹੁਕਮ ਹੈ ਉਹ ਸਾਰੇ ਸੁੱਖਾਂ ਦਾ ਮੂਲ ਹੈ। ਤਾਂ ਅਸੀਂ ਕਹਿ ਸਕਦੇ ਹਾਂ, ਜੋ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਖੇੜਾ ਪ੍ਰਸੰਨਤਾ ਚਾਹੁੰਦਾ ਹੈ, ਉਹਨੂੰ ਰੱਬੀ ਰਜਾ ਦੇ ਅੰਦਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਆਓ ਇਸ ਤੋਂ ਅਗਲੀ ਵਿਚਾਰ ਬੜੇ ਪਿਆਰ ਦੇ ਨਾਲ ਸਾਂਝੀ ਕਰੀਏ। ਕਿਸਤੇ ਦੂਰ ਕਹਾਂ ਕੋ ਜਾਏ, ਇਹਨੂੰ ਪੜਾਂਗੇ ਕਹਾਂ। ਕਹਾਂ ਦਾ ਮਤਲਬ ਕਿੱਥੇ। ਜਦੋਂ ਕੱਕਾ ਔਰ ਹਾਹੇ ਨਾਲ ਕੰਨਾ ਹੋਵੇ, ਕੱਕਾ ਹਾਹਾ ਔਰ ਹਾਹੇ ਨਾਲ ਕੰਨਾ ਹੋਵੇ, ਜਿੱਥੇ ਸ਼ਬਦ ਦਾ ਮੀਨਿੰਗ ਹੋਏਗਾ ਕਿੱਥੇ, ਉਦੋਂ ਇਹਨੂੰ ਪੜਾਂਗੇ ਕਹਾਂ। ਤੇ ਜਦੋਂ ਇਹਦਾ ਮਤਲਬ ਹੋਏਗਾ ਕੀ, ਉਦੋਂ ਇਹਨੂੰ ਪੜਾਂਗੇ ਕਹਾ। ਕਹਾ ਬਿਨਾ ਬਿੰਦੀ ਤੋਂ। ਤਾਂ ਇੱਥੇ ਮਤਲਬ ਹੈ ਕਿੱਥੇ। ਤਿਸਤੇ ਦੂਰ ਕਹਾਂ ਕੋ ਜਾਏ, ਉਸ ਪ੍ਰਭੂ ਤੋਂ ਪਰੇ, ਉਸ ਪ੍ਰਭੂ ਤੋਂ ਦੂਰ ਕਿੱਥੇ ਕੋਈ ਜਾ ਸਕਦਾ ਹੈ। ਯਾਨੀ ਰੱਬ ਤੋਂ ਅਸੀਂ ਦੂਰ ਨਹੀਂ ਜਾ ਸਕਦੇ, ਕਿਉਂਕਿ ਉਹ ਸਰਬ ਵਿਆਪਕ ਹੈ। ਰੱਬ ਤੋਂ ਦੂਰ ਨਹੀਂ ਹੋਇਆ ਜਾ ਸਕਦਾ। ਇਸ ਲਈ ਕਈ ਵਾਰ ਜਦੋਂ ਸਵਾਲ ਕਰੀਦਾ ਨਾ ਕਿ ਰੱਬ ਨੂੰ ਕਿਵੇਂ ਮਿਲਿਆ ਜਾਏ, ਰੱਬ ਨੂੰ ਕਿਵੇਂ ਮਿਲਿਆ ਜਾਏ, ਜਾਂ ਰੱਬ ਸਾਨੂੰ ਕਿਵੇਂ ਮਿਲੇ, ਤਾਂ ਜਦੋਂ ਅਸੀਂ ਗਹੁ ਦੇ ਨਾਲ ਵੇਖਾਂਗੇ ਤਾਂ ਸਾਡਾ ਇਹ ਸਵਾਲ ਹੀ ਗਲਤ ਹੋਏਗਾ। ਸਵਾਲ ਇਹ ਨਹੀਂ ਕਿ ਰੱਬ ਨੂੰ ਮਿਲਿਆ ਕਿਵੇਂ ਜਾਏ, ਸਵਾਲ ਇਹ ਹੈ ਕਿ ਰੱਬ ਤੋਂ ਵਿਛੜਿਆ ਕਿਵੇਂ ਜਾਏ, ਰੱਬ ਤੋਂ ਦੂਰ ਕਿਵੇਂ ਜਾਇਆ ਜਾਏ। ਕਿਉਂਕਿ ਕਿਹੜੀ ਐਸੀ ਜਗ੍ਹਾ ਹੈ ਜਿੱਥੇ ਰੱਬ ਨਹੀਂ ਹੈ। ਦੁਨੀਆ ਵਿੱਚ ਕਿਹੜੀ ਐਸੀ ਜਗ੍ਹਾ ਹੈ ਜਿੱਥੇ ਰੱਬ ਨਹੀਂ, ਤਾਂ ਉਹਦੇ ਤੋਂ ਦੂਰ ਕਿੱਥੇ ਜਾਓਗੇ। ਕੋਈ ਐਸੀ ਥਾਂ ਨਹੀਂ ਕਿ ਉਹਨੂੰ ਛੱਡ ਕੇ ਦੂਰ ਜਾਇਆ ਜਾ ਸਕੇ, ਭਾਵ ਕਿ ਉਹ ਸਾਰਿਆਂ ਦੇ ਨਜ਼ਦੀਕ ਹੈ, ਉਹ ਸਰਬ ਵਿਆਪਕ ਹੈ। ਇਸ ਤੇ ਦੂਰ ਕਹਾਂ ਕੋ ਜਾਏ, ਉਬਰੈ, ਇੱਥੇ ਵਿਸ਼ਰਾਮ ਲਗਾਵਾਂਗੇ। ਉਬਰੈ, ਉਬਰੇ ਨਹੀਂ ਪੜਨਾ, ਰਹਿ ਪੜਨਾ ਹੈ, ਕਿਉਂਕਿ ਰਾਰੇ ਤੇ ਦੁਲਾਵਾਂ ਨੇ। ਉਬਰੈ ਰਾਖਣ ਹਾਰ ਧਿਆਏ। ਰਾਖਣ ਹਾਰ ਦਾ ਮਤਲਬ ਜੋ ਰੱਖਿਆ ਕਰਨ ਦੇ ਲਾਇਕ ਹੈ। ਉਬਰੈ ਦਾ ਮਤਲਬ ਬਚਦਾ ਹੈ। ਜਿਹੜਾ ਮਨੁੱਖ ਪ੍ਰਭੂ ਨੂੰ ਧਿਆਉਂਦਾ ਹੈ, ਯਾਨੀ ਉਹਨੂੰ ਧਿਆਨ ਵਿੱਚ ਰੱਖਦਾ ਹੈ, ਰੱਬੀ ਰਜਾ ਦੇ ਅਨੁਸਾਰ ਚੱਲਦਾ ਹੈ, ਰੱਬੀ ਗੁਣਾਂ ਨੂੰ ਆਪਣੇ ਚੇਤੇ ਦੇ ਵਿੱਚ ਵਸਾਉਂਦਾ ਹੈ, ਉਹ ਬੰਦਾ ਬਚ ਜਾਂਦਾ ਹੈ ਵਿਕਾਰਾਂ ਤੋਂ। ਉਬਰੈ ਦਾ ਮਤਲਬ ਬਚ ਜਾਂਦਾ ਹੈ। ਜਿਹੜਾ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ, ਆਪਣੀ ਸੋਚ ਵਿੱਚ ਵਸਾਉਂਦਾ ਹੈ, ਉਹਦੇ ਤੇ ਅਮਲ ਕਰਦਾ ਹੈ, ਉਹ ਇਨਸਾਨ ਵਿਕਾਰਾਂ ਤੋਂ, ਦੁੱਖਾਂ ਤੋਂ ਬਚ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਇਹਨੂੰ ਜਪੇ ਔਰ ਮਿਟੇ ਨਹੀਂ ਪੜਨਾ, ਜਪੈ ਦਲਾਵਾਂ, ਮਿਟੈ। ਨਿਰਭਉ ਜਪੈ ਸਗਲ ਭਉ ਮਿਟੈ। ਜੋ ਮਨੁੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਜਪਦਾ ਦਾ ਮਤਲਬ ਜਾਣਨਾ, ਜੋ ਉਸ ਨੂੰ ਜਾਣਦਾ ਹੈ, ਉਹਦੇ ਸਰਬ ਵਿਆਪਕ ਗੁਣਾਂ ਨੂੰ ਵੇਖਦਾ ਹੈ, ਜਿਸ ਦੀ ਉਸ ਨਾਲ ਜਾਣ ਪਹਿਚਾਨ ਹੈ, ਭਾਵ ਜਿਨਨੇ ਰੱਬੀ ਗੁਣਾਂ ਦੇ ਨਾਲ ਸਾਂਝ ਪਾਈ ਹੈ, ਜਿਨਨੇ ਰੱਬੀ ਗੁਣਾਂ ਦੇ ਨਾਲ ਸਾਂਝ ਪਾਈ, ਸਗਲ ਭਉ ਮਿਟੈ, ਉਹਦਾ ਸਾਰਾ ਜਿਹੜਾ ਡਰ ਹੈ ਉਹ ਮਿਟ ਜਾਂਦਾ ਹੈ। ਉਹਦੇ ਜੀਵਨ ਵਿੱਚ ਕੋਈ ਡਰ ਨਹੀਂ ਰਹਿ ਜਾਂਦਾ, ਕਿਉਂਕਿ ਡਰ ਉਹਨੂੰ ਹੈ ਜੋ ਪਾਪ ਕਮਾ ਰਿਹਾ ਹੈ। ਉਹਨੂੰ ਪਤਾ ਹੈ ਕਿ ਮੇਰੀ ਚੋਰੀ ਕੋਈ ਫੜੀ ਨਾ ਜਾਏ, ਤੇ ਜਿੰਨੇ ਕੋਈ ਮਾੜਾ ਕਰਮ ਕਰਨਾ ਹੀ ਨਹੀਂ, ਉਹਨੂੰ ਡਰ ਕਾਹਦਾ। ਸੋ ਡਰੈ ਜੇ ਪਾਪ ਕਮਾਉਂਦਾ, ਧਰਮੀ ਵਿਗਸੇਤ। ਡਰਦਾ ਉਹ ਹੈ ਜੋ ਪਾਪ ਕਮਾਉਂਦਾ ਹੈ,
ਜੋ ਧਰਮੀ ਬੰਦਾ ਹੈ ਉਹਦੀ ਜ਼ਿੰਦਗੀ ਵਿੱਚ ਡਰ ਨਹੀਂ ਹੁੰਦਾ, ਉਹਨੂੰ ਦੁੱਖਾਂ ਦਾ, ਚਿੰਤਾਵਾਂ ਦਾ, ਪਾਪਾਂ ਦਾ ਡਰ ਨਹੀਂ ਰਹਿੰਦਾ। ਜੋ ਰੱਬੀ ਗੁਣਾਂ ਦੇ ਨਾਲ ਆਪਣੀ ਸਾਂਝ ਪਾਉਂਦਾ ਹੈ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਪ੍ਰਭੂ ਦੀ ਮਿਹਰ ਦੇ ਨਾਲ ਬੰਦਾ ਡਰਾਂ ਤੋਂ ਖਲਾਸੀ ਪਾ ਲੈਂਦਾ ਹੈ। ਛੁੱਟਦਾ ਦਾ ਮਤਲਬ ਛੁੱਟ ਜਾਂਦਾ ਹੈ ਡਰਾਂ ਤੋਂ, ਉਹਦੇ ਡਰ ਖਤਮ ਹੋ ਜਾਂਦੇ ਨੇ, ਖਲਾਸੀ ਪਾ ਲੈਂਦਾ ਹੈ। ਰੱਬੀ ਰਹਿਮਤ ਦੇ ਨਾਲ ਮਨੁੱਖ ਡਰਾਂ ਤੋਂ ਖਲਾਸੀ ਪਾ ਲੈਂਦਾ ਹੈ। ਹੁਣ ਰੱਬੀ ਰਹਿਮਤ ਦੇਖੋ, ਆਪਾਂ ਕੱਲ ਵਿਚਾਰ ਕੀਤੀ ਸੀ ਨਾ ਕਿ ਸਭ ਉੱਪਰ ਹੋਵਤ ਕਿਰਪਾਲ, ਰੱਬ ਸਾਰਿਆਂ ਦੇ ਉੱਤੇ ਹੀ ਦਇਆ ਕਰ ਰਿਹਾ ਹੈ, ਹਰ ਵਕਤ ਦਇਆ ਕਰ ਰਿਹਾ ਹੈ। ਔਰ ਦਇਆ ਉਸ ਪ੍ਰਭੂ ਨੇ ਸਾਡੇ ਸਾਰਿਆਂ ਤੇ ਕੀਤੀ ਹੋਈ ਹੈ। ਭਾਵ ਕਿ ਸਾਨੂੰ ਰੱਬ ਨੇ ਸਾਰੇ ਗੁਣ ਬਖਸ਼ੇ ਨੇ, ਸਤ, ਸੰਤੋਖ, ਦਇਆ, ਧਰਮ ਆਦਿਕ ਇਹ ਸਾਰੇ ਗੁਣ ਸਾਡੇ ਵਿੱਚ ਮੌਜੂਦ ਨੇ। ਤੇ ਜੇ ਅਸੀਂ ਇਹਨਾਂ ਗੁਣਾਂ ਨੂੰ ਵਰਤੋਂ ਵਿੱਚ ਲਿਆਵੀਏ ਤਾਂ ਅਸੀਂ ਅਵਗੁਣਾਂ ਤੋਂ ਬਚ ਜਾਵਾਂਗੇ। ਇਸ ਲਈ ਅਸੀਂ ਪ੍ਰਭੂ ਦੀ ਕਿਰਪਾ ਦੇ ਪਾਤਰ ਬਣਨਾ ਹੈ। ਜੋ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਦਾ ਹੈ ਉਹ ਡਰਾਂ ਤੋਂ ਔਰ ਵਿਕਾਰਾਂ ਤੋਂ ਬਚ ਜਾਂਦਾ ਹੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ, ਪ੍ਰਭੂ ਬਚਾਉਂਦਾ ਹੈ, ਉਹਨੂੰ ਫਿਰ ਕੋਈ ਦੁੱਖ ਨਹੀਂ ਪਾਉਂਦਾ। ਜਿਹਨੂੰ ਪ੍ਰਭੂ ਬਚਾਉਂਦਾ ਹੈ, ਯਾਨੀ ਜਿਹਦਾ ਰਾਖਾ ਰੱਬ ਹੈ, ਉਹਨੂੰ ਕੋਈ ਦੁੱਖ ਨਹੀਂ ਪਾਉਂਦਾ। ਹੁਣ ਦੇਖੋ ਰੱਬ ਕਿਵੇਂ ਬਚਾਉਂਦਾ ਹੈ। ਰੱਬ ਇਹ ਨਹੀਂ ਕਿ ਰੱਬ ਇੱਕ ਨੂੰ ਬਚਾਉਂਦਾ ਹੈ ਤੇ ਦੂਜੇ ਨੂੰ ਨਹੀਂ ਬਚਾਉਂਦਾ। ਹੁਣ ਰੱਬ ਕਿਹਨੂੰ ਬਚਾਏਗਾ? ਜੋ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਹੈ, ਜੋ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਆਏਗਾ ਉਹਨੂੰ ਰੱਬ ਬਚਾਏਗਾ ਨਾ। ਰੱਬ ਬਚਾਉਂਦਾ ਕਿਵੇਂ ਹੈ? ਗੁਣਾਂ ਰਾਹੀਂ। ਹੁਣ ਸੱਚ ਰੱਬ ਦਾ ਗੁਣ ਹੈ, ਤੇ ਜੇ ਅਸੀਂ ਰੱਬ ਦੇ ਚਰਨਾਂ ਦੇ ਵਿੱਚ ਸਮਰਪਿਤ ਹਾਂ, ਸੱਚ ਅੱਗੇ ਸਮਰਪਿਤ ਹਾਂ, ਤਾਂ ਸੱਚ ਸਾਨੂੰ ਝੂਠ ਤੋਂ ਬਚਾ ਲਵੇਗਾ। ਜਿਹੜਾ ਬੰਦਾ ਸੱਚ ਬੋਲੇਗਾ ਤਾਂ ਉਹ ਝੂਠ ਤੋਂ ਬਚ ਜਾਏਗਾ। ਹੁਣ ਝੂਠ ਤੋਂ ਕੌਣ ਬਚਾਏਗਾ? ਸੱਚ ਬਚਾਏਗਾ ਨਾ। ਸਾਡੇ ਅੰਦਰ ਈਗੋ ਹੈ, ਉਸ ਈਗੋ ਕਰਕੇ ਸਾਡੇ ਸੰਬੰਧ ਟੁੱਟ ਰਹੇ ਨੇ, ਤਾਂ ਈਗੋ ਤੋਂ ਸਾਨੂੰ ਕੌਣ ਬਚਾਏਗਾ? ਨਿਮਰਤਾ। ਮੇਰੇ ਅੰਦਰ ਜੈਲਸੀ ਹੈ ਦੂਜਿਆਂ ਵਾਸਤੇ, ਈਰਖਾ ਹੈ, ਤਾਂ ਈਰਖਾ ਤੋਂ ਮੈਨੂੰ ਕੌਣ ਬਚਾਏਗਾ? ਪ੍ਰੇਮ। ਇਸ ਲਈ ਜੋ ਰੱਬੀ ਗੁਣਾਂ ਦੀ ਸ਼ਰਨ ਦੇ ਵਿੱਚ ਹੈ, ਰੱਬੀ ਗੁਣ ਉਹਨੂੰ ਵਿਕਾਰਾਂ ਤੋਂ ਬਚਾ ਲੈਂਦੇ ਨੇ। ਜਿਹਨੂੰ ਪ੍ਰਭੂ ਰੱਖਦਾ ਹੈ, ਭਾਵ ਜੋ ਰੱਬੀ ਰਜਾ ਦੇ ਅੰਦਰ, ਉਹਦੇ ਜੀਵਨ ਦੇ ਅੰਦਰ ਦੁੱਖ ਨਹੀਂ ਆਉਂਦੇ, ਉਹਨੂੰ ਦੁੱਖ ਨਹੀਂ ਪਾਉਂਦਾ, ਉਹ ਦੁੱਖਾਂ ਤੋਂ ਨਿਜਾਤ ਪਾ ਲੈਂਦਾ ਹੈ। ਨਾਮ ਜਪਤ ਮਨ ਹੋਵਤ ਸੂਖ। ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਤੇ ਨਾਮ ਦਾ ਮਤਲਬ ਬੋਲ ਕੇ ਦੱਸੋਗੇ, ਮੈਨੂੰ ਦਿਸ ਜਾਏਗਾ ਕਿ ਤੁਸੀਂ ਬੋਲ ਰਹੇ ਹੋ। ਨਾਮ ਦਾ ਮਤਲਬ ਹੁਕਮ, ਜਪਤ ਦਾ ਮਤਲਬ ਜਾਣਨਾ। ਜੋ ਰੱਬੀ ਹੁਕਮ ਨੂੰ ਜਾਣ ਲੈਂਦਾ ਹੈ, ਰੱਬੀ ਹੁਕਮ ਦੇ ਅੰਦਰ ਜੋ ਜ਼ਿੰਦਗੀ ਜੀਂਦਾ ਹੈ, ਉਹਦੇ ਮਨ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ, ਉਹਦੇ ਮਨ ਵਿੱਚ ਸੁੱਖ ਵਸ ਪੈਂਦਾ ਹੈ, ਉਹ ਮਨ ਕਰਕੇ ਸੁਖੀ ਹੋ ਜਾਂਦਾ ਹੈ। ਤਾਂ ਇਹਦਾ ਮਤਲਬ ਸੁੱਖਾਂ ਦਾ ਮੂਲ ਰੱਬ ਦਾ ਹੁਕਮ, ਰੱਬੀ ਰਜਾ ਦੇ ਅੰਦਰ ਤੁਰਨਾ, ਰੱਬੀ ਗੁਣਾਂ ਨੂੰ ਗਾਣਾ। ਜੋ ਰੱਬ ਦੀ ਸਿਫਤ ਸਲਾਹ ਕਰਦਾ ਹੈ, ਰੱਬੀ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਦੇ ਮਨ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ, ਉਹਦਾ ਮਨ ਸ਼ਾਂਤ ਹੋ ਜਾਂਦਾ ਹੈ। ਚਿੰਤਾ ਜਾਏ ਮਿਟੈ ਅਹੰਕਾਰ। ਰੱਬ ਦੇ ਹੁਕਮ ਨੂੰ ਸਮਝ ਕੇ ਜ਼ਿੰਦਗੀ ਜੀਵੀਏ, ਰੱਬੀ ਗੁਣਾਂ ਨੂੰ ਅਪਣਾ ਕੇ ਜ਼ਿੰਦਗੀ ਜੀਵੀਏ, ਰੱਬ ਦੀ ਸ਼ਰਨ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ, ਉਹਦੀ ਚਿੰਤਾ ਦੂਰ ਹੋ ਜਾਂਦੀ ਹੈ ਔਰ ਉਹਦੇ ਜੀਵਨ ਚੋਂ ਹੰਕਾਰ ਮਿਟ ਜਾਂਦਾ ਹੈ। ਨਾ ਤਾਂ ਉਸ ਮਨੁੱਖ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ ਹੈ, ਔਰ ਨਾ ਉਸ ਮਨੁੱਖ ਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਰਹਿੰਦਾ ਹੈ, ਔਰ ਨਾ ਉਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਚਿੰਤਾ ਰੋਗ ਰਹਿੰਦਾ ਹੈ। ਕੌਣ? ਜੋ ਹੁਕਮ ਨੂੰ ਸਮਝਦਾ ਹੈ, ਹੁਕਮ ਮੁਤਾਬਕ ਜ਼ਿੰਦਗੀ ਜੀਂਦਾ ਹੈ। ਉਹਨੂੰ ਸਿਸਟਮ ਦਾ ਪਤਾ ਹੈ ਕਿ ਹਰ ਕਰਮ ਸਿਸਟਮ ਮੁਤਾਬਕ ਪੂਰਾ ਹੋਏਗਾ। ਤਾਂ ਉਸ ਮਨੁੱਖ ਦੇ ਜੀਵਨ ਅੰਦਰ, ਜਿਹਦੇ ਅੰਦਰ ਰੱਬੀ ਗੁਣ ਨੇ, ਉਹਦੇ ਚੋਂ ਚਿੰਤਾ ਮਿਟ ਜਾਂਦੀ ਹੈ, ਉਹਦੀ ਜ਼ਿੰਦਗੀ ਦੇ ਵਿੱਚੋਂ ਈਗੋ, ਅਹੰਕਾਰ ਆਦਿਕ ਮੁੱਕ ਜਾਂਦਾ ਹੈ। ਇਸ ਜਨ ਕੋ ਕੋਈ ਨਾ ਪਹੁੰਚਨਹਾਰ। ਪਹੁੰਚਨਹਾਰ ਦਾ ਮਤਲਬ ਬਰਾਬਰੀ ਕਰਨਾ। ਉਸ ਮਨੁੱਖ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਉਹਦੇ ਬਰਾਬਰ ਦਾ ਮਹਾਨ ਕੋਈ ਨਹੀਂ ਹੋ ਸਕਦਾ। ਕੌਣ? ਜੋ ਰੱਬੀ ਰਜਾ ਨੂੰ ਸਮਝ ਰਿਹਾ ਹੈ, ਜੋ ਰੱਬੀ ਰਜਾ ਵਿੱਚ ਜ਼ਿੰਦਗੀ ਜੀ ਰਿਹਾ ਹੈ,
ਜਿਸ ਦੇ ਜੀਵਨ ਵਿੱਚ ਇਨਫੀਰੀਓਰਿਟੀ ਕੰਪਲੈਕਸ ਨਹੀਂ, ਸੁਪਰੀਓਰਿਟੀ ਕੰਪਲੈਕਸ ਨਹੀਂ, ਜਿਸ ਦੇ ਜੀਵਨ ਵਿੱਚ ਈਰਖਾ, ਦਵੇਸ਼, ਵੈਰ ਵਿਰੋਧ ਨਹੀਂ, ਔਰ ਜੋ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ, ਕਿਉਂਕਿ ਉਹ ਜੀਵਨ ਦੇ ਅੰਦਰ ਹਰ ਪੱਖ ਵਿੱਚ ਕਾਮਯਾਬ ਹੋਏਗਾ, ਸਫਲਤਾ ਹਾਸਲ ਕਰੇਗਾ। ਚਾਹੇ ਸਮਾਜਿਕ ਦੁਨੀਆ ਹੈ, ਧਾਰਮਿਕ ਦੁਨੀਆ ਹੈ, ਆਰਥਿਕ ਦੁਨੀਆ ਹੈ, ਪਰਿਵਾਰਕ ਜੀਵਨ ਹੈ, ਜਾਂ ਉਹਦੀ ਪਰਸਨਲ ਲਾਈਫ ਹੈ, ਉਹਦੇ ਅੰਦਰ ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਪਾਏਗਾ, ਕਿਉਂਕਿ ਉਹਨੂੰ ਸਿਸਟਮ ਦਾ ਪਤਾ ਹੈ, ਉਹ ਸਿਸਟਮ ਮੁਤਾਬਕ ਚੱਲ ਰਿਹਾ ਹੈ। ਉਹਦੇ ਅੰਦਰ ਵਿਕਾਰ ਪਾਪ ਨਹੀਂ, ਚਿੰਤਾਵਾਂ ਤੋਂ ਰਹਿਤ ਹੈ, ਤਾਂ ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਮੀਨਸ ਕਿ ਉਹ ਮਨੁੱਖ ਮਹਾਨ ਹੈ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ। ਸਿਰ ਉੱਪਰ ਠਾਢਾ ਗੁਰ ਸੂਰਾ। ਇਹਨੂੰ ਠਾਂਡਾ ਨਹੀਂ ਪੜਨਾ, ਠਾਢਾ। ਠਾਢਾ ਦਾ ਮਤਲਬ ਹੁੰਦਾ ਹੈ ਖਲੋਣਾ। ਤਾਂ ਸਿਰ ਉੱਪਰ, ਜਿਹਦੇ ਸਿਰ ਤੇ ਸੂਰਮਾ ਗੁਰੂ ਖਲੋਤਾ ਹੈ, ਠਾਢਾ ਦਾ ਮਤਲਬ ਖਲੋਤਾ ਹੈ, ਯਾਨੀ ਜਿਸ ਬੰਦੇ ਦੇ ਸਿਰ ਤੇ ਗੁਰੂ ਸੂਰਮਾ ਰਾਖਾ ਹੈ। ਹੁਣ ਗੁਰੂ ਸੂਰਮਾ ਜਿਹਦੇ ਸਿਰ ਦੇ ਉੱਤੇ ਰਾਖਾ ਹੈ, ਜਿਹਦਾ ਰਕਸ਼ਕ ਹੈ, ਨਾਨਕ ਤਾਂ ਕਿ ਕਾਰਜ ਪੂਰਾ, ਉਹਦੇ ਸਾਰੇ ਕਾਰਜ ਰਾਸ ਆ ਜਾਂਦੇ ਨੇ, ਉਹਦੇ ਕਾਰਜ ਸੰਪੂਰਨ ਹੋ ਜਾਂਦੇ ਨੇ। ਇਹ ਚੀਜ਼ ਸਮਝਣ ਵਾਲੀ ਹੈ। ਹੁਣ ਗੁਰੂ ਕਿਹਦੇ ਸਿਰ ਤੇ ਖਲੋਤਾ ਹੈ? ਸਿਰ ਦਾ ਮਤਲਬ ਸਾਡੀ ਜੋ ਮੱਤ ਹੈ, ਜਿਹਨੇ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰ ਦਿੱਤੀ, ਉਹਦੇ ਸਿਰ ਦੇ ਉੱਤੇ ਗੁਰੂ ਖਲੋਤਾ ਹੈ, ਭਾਵ ਉਹਨੇ ਗੁਰੂ ਦੀ ਮੱਤ ਦਾ ਜੋ ਧਾਰਨੀ ਹੋ ਗਿਆ, ਜਿਹਨੇ ਆਪਣਾ ਸ਼ੀਸ਼ ਗੁਰੂ ਚਰਨਾਂ ਵਿੱਚ ਝੁਕਾ ਦਿੱਤਾ, ਜਿਹਨੇ ਆਪਣੇ ਮਨ ਦੀ ਮੱਤ ਤਿਆਗ ਦਿੱਤੀ, ਜੋ ਗੁਰੂ ਦੀ ਮੱਤ ਦਾ ਧਾਰਨੀ ਹੋ ਗਿਆ, ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਦੇ ਸਾਰੇ ਕਾਰਜ ਪੂਰੇ ਹੁੰਦੇ ਨੇ। ਗੁਰੂ ਰਾਖਾ ਕਿਵੇਂ ਹੁੰਦਾ ਹੈ, ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਵੈਸੇ ਅਸੀਂ ਕਈ ਵਾਰ ਇਸ ਚੀਜ਼ ਦਾ ਵਿਚਾਰ ਕਰ ਚੁੱਕੇ ਹਾਂ। ਜਦੋਂ ਅਸੀਂ ਚੋਰੀ ਕਰਨ ਦਾ ਟਰਾਈ ਕਰਾਂਗੇ, ਤਾਂ ਜਿਹਦੇ ਅੰਦਰ ਗੁਰੂ ਦੀ ਮੱਤ ਹੈ, ਅੰਦਰੋਂ ਆਵਾਜ਼ ਆਏਗੀ, ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਈ, ਤਾਂ ਉਹ ਬੰਦਾ ਮਾੜਾ ਕਰਮ ਨਹੀਂ ਕਰੇਗਾ, ਉਹ ਬੰਦਾ ਜ਼ੁਲਮ ਨਹੀਂ ਕਰੇਗਾ, ਉਹ ਬੰਦਾ ਵਿਭਚਾਰ ਨਹੀਂ ਕਮਾਏਗਾ, ਉਹ ਠੱਗੀਆਂ ਨਹੀਂ ਮਾਰੇਗਾ। ਇਸੇ ਨੂੰ ਕਹਿੰਦੇ ਨੇ ਗੁਰੂ, ਜਿਹਦੇ ਸਿਰ ਦੇ ਉੱਤੇ ਰਾਖਾ ਹੈ, ਭਾਵ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਨਾਨਕ ਤਾਂ ਕਿ ਕਾਰਜ ਪੂਰਾ, ਉਹਦੇ ਸਾਰੇ ਕਾਰਜ ਸਿਰੇ ਚੜ ਜਾਂਦੇ ਨੇ, ਰਾਸ ਆ ਜਾਂਦੇ ਨੇ, ਪੂਰੇ ਹੋ ਜਾਂਦੇ ਨੇ। ਦੇਖੋ ਕਾਰਜ ਪੂਰਾ ਕੀ ਹੈ? ਅਸੀਂ ਹੁਣ ਘਰ ਬਣਾਇਆ ਹੈ, ਇਹ ਕਾਰਜ ਅਸੀਂ ਆਰੰਭਿਆ ਕਿ ਅਸੀਂ ਘਰ ਬਣਾਉਣਾ ਹੈ। ਤੇ ਘਰ ਕਿਉਂ ਬਣਾਉਣਾ ਹੈ? ਕਿ ਘਰ ਦੇ ਅੰਦਰ ਅਸੀਂ ਖੁਸ਼ੀ ਦੇ ਨਾਲ ਆਪਣੇ ਪਰਿਵਾਰ ਵਿੱਚ ਰਹਾਂਗੇ, ਸ਼ਾਂਤੀ ਨਾਲ ਰਹਾਂਗੇ, ਖੁਸ਼ੀ ਨਾਲ ਰਹਾਂਗੇ। ਕਾਰਜ ਅਸੀਂ ਇਸ ਕਰਕੇ ਕੀਤਾ, ਘਰ ਬਣ ਗਿਆ, ਮਕਾਨ ਬੜਾ ਸੋਹਣਾ ਬਣ ਗਿਆ, 5 6 7 ਬੈਡਰੂਮ ਨੇ, ਪਿੱਛੇ ਲਾਨ, ਯਾਨੀ ਸਾਰਾ ਕੁਝ ਬਹੁਤ ਵਧੀਆ ਮਕਾਨ ਬਣ ਗਿਆ। ਲੇਕਿਨ ਹੁਣ ਉਸ ਘਰ ਦੇ ਅੰਦਰ ਅਸੀਂ ਜਿਹੜੇ ਜੀ ਰਹਿ ਰਹੇ ਹਾਂ, ਉਹ ਲੜ ਰਹੇ ਹਾਂ। ਕੋਈ ਸ਼ਰਾਬ ਪੀਂਦਾ ਹੈ, ਕੋਈ ਇੱਕ ਦੂਜੇ ਨਾਲ ਕਲੇਸ਼ ਪਾਈ ਫਿਰਦਾ ਹੈ। ਤਾਂ ਜਿਸ ਵਾਸਤੇ ਘਰ ਬਣਾਇਆ ਸੀ ਕਿ ਸੁਖੀ ਰਹਾਂਗੇ, ਉਹ ਕੰਮ ਤੇ ਨਹੀਂ ਨਾ ਹੋਇਆ, ਉਹ ਕਾਰਜ ਰਾਸ ਨਹੀਂ ਹੋਇਆ। ਮਕਾਨ ਤੇ ਬਣ ਗਿਆ, ਪਰ ਜਿਹੜਾ ਮਕਸਦ ਰੱਖ ਕੇ ਬਣਾਇਆ ਸੀ ਕਿ ਖੁਸ਼ੀ ਦੇ ਨਾਲ ਜੀਵਾਂਗੇ, ਉਹ ਕਾਰਜ ਪੂਰਾ ਨਹੀਂ ਹੋਇਆ, ਉਹ ਮਕਸਦ ਪੂਰਾ ਨਹੀਂ ਹੋਇਆ। ਮਕਾਨ ਬੇਸ਼ੱਕ ਬੜਾ ਕੀਮਤੀ ਹੈ, ਮਹਿੰਗੇ ਇਲਾਕੇ ਵਿੱਚ ਹੈ, ਲੇਕਿਨ ਖੁਸ਼ੀ ਨਹੀਂ ਹੈ। ਪਰ ਇੱਕ ਬੰਦਾ ਐਸਾ ਹੈ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹਦਾ ਘਰ ਛੋਟਾ ਹੈ, ਬੇਸ਼ੱਕ ਉਹਦੀ ਝੌਂਪੜੀ ਹੈ, ਤੇ ਉਹਨੇ ਵੀ ਘਰ ਇਸ ਕਰਕੇ ਬਣਾਇਆ ਕਿ ਖੁਸ਼ੀ ਨਾਲ ਰਹਾਂਗੇ। ਲੇਕਿਨ ਉਹ ਸਾਰਾ ਪਰਿਵਾਰ ਬੜੀ ਖੁਸ਼ੀ ਦੇ ਨਾਲ ਰਹਿੰਦੇ ਨੇ, ਬੜੀ ਖੁਸ਼ੀ ਨਾਲ ਰਹਿੰਦੇ ਨੇ। ਕਾਰਜ ਪੂਰਾ ਹੋ ਗਿਆ ਨਾ। ਮੈਂ ਇੱਕ ਦਿਨ ਨਿੱਕੀ ਜਿਹੀ ਕਹਾਣੀ ਇੱਕ ਪੜ੍ਹ ਰਿਹਾ ਸੀ ਕੱਲ ਪਰਸੋਂ, ਉਹ ਬੜੀ ਚੰਗੀ ਲੱਗੀ, ਮੈਂ ਤੁਹਾਡੇ ਨਾਲ ਵੀ ਸਾਂਝੀ ਕਰਦੇ ਹਾਂ। ਇੱਕ ਬੰਦਾ ਕਹਿ ਰਿਹਾ ਸੀ ਕਿ ਅਸੀਂ ਛੋਟਾ ਜਿਹਾ, ਸਾਡੇ ਕੋਲ ਇੱਕ ਘਰ ਸੀ, ਜਿਹਦੇ ਵਿੱਚ ਇੱਕ ਹੀ ਕਮਰਾ ਸੀ, ਤੇ ਉਸ ਕਮਰੇ ਵਿੱਚ ਮੈਂ ਵੀ ਸੌਂਦਾ ਸਾਂ, ਮੇਰੀ ਭੈਣ ਵੀ ਸੀ, ਤੇ ਮਾਤਾ ਪਿਤਾ ਵੀ ਸਨ। ਤੇ ਜਦੋਂ ਮੈਨੂੰ ਥੋੜੀ ਜਿਹੀ ਖਾਂਸੀ ਹੋਣੀ, ਤੇ ਮੇਰੀ ਮਾਂ ਨੇ ਜਾਂ ਮੇਰੇ ਪਿਓ ਨੇ ਪੁੱਛਣਾ ਵੀ ਬੇਟਾ ਠੀਕ ਤੇ ਹੈ। ਮਾਂ ਨੇ ਰਜਾਈ ਦੇਣੀ, ਮਾਂ ਨੇ ਪਾਣੀ ਫੜਾ ਦੇਣਾ। ਪਿਤਾ ਨੂੰ ਖੰਘ ਹੋਣੀ ਤੇ ਮਾਂ ਨੇ ਪੁੱਛਣਾ ਬੇਟਾ ਠੀਕ ਤੇ ਹੈਗੇ ਹੋ। ਦਾਦੀ ਵੀ ਨਾਲ ਹੁੰਦੀ ਸੀ, ਤੇ ਇੱਕ ਦੂਜੇ ਦੇ ਸੀ ਸਹਾਇਕ ਸਾਂ। ਮਾੜੀ ਜੀ ਰਾਤ ਨੂੰ ਕਿਸੇ ਨੂੰ ਖਾਂਸੀ ਵੀ ਹੋਣੀ, ਪਾਸਾ ਵੀ ਪਰਤਣਾ, ਦੂਜੇ ਨੂੰ ਪਤਾ ਲੱਗ ਜਾਣਾ। ਉਹ ਕਹਿੰਦਾ ਮੈਂ ਕਮਾਈ ਕੀਤੀ, ਬੰਦਾ ਕਹਿੰਦਾ ਮੈਂ ਕੀਤੀ ਕਮਾਈ, ਕਮਾਈ ਕਰਕੇ ਮੈਂ ਮਕਾਨ ਬਣਾ ਲਿਆ,
ਤੇ ਹੁਣ ਸਾਡੇ ਸਾਰਿਆਂ ਕੋਲ ਵੱਖਰਾ ਵੱਖਰਾ ਬੈਡਰੂਮ ਹੈ, ਦੀਵਾਰਾਂ, ਬੈਡਰੂਮ। ਪਰ ਕਹਿੰਦਾ ਹੁਣ ਘਰ ਤੇ ਬਣ ਗਿਆ, ਮੇਰੀ ਮਾਂ ਦੇ ਕੋਲ ਵੱਖਰਾ ਬੈਡਰੂਮ ਹੈ, ਸਾਡੇ ਕੋਲ ਵੱਖਰਾ ਹੈ, ਬੱਚਿਆਂ ਕੋਲ ਵੱਖਰਾ ਹੈ, ਪਰ ਹੁਣ ਵਿੱਚ ਦੀਵਾਰਾਂ ਖੜੀਆਂ ਹੋ ਗਈਆਂ ਨੇ। ਘਰ ਵੱਖਰਾ ਹੈ, ਬੈਡਰੂਮ ਵੱਖਰੇ ਨੇ, ਖੁਸ਼ੀ ਹੈ, ਲੇਕਿਨ ਦੀਵਾਰਾਂ ਖੜੀਆਂ ਹੋ ਗਈਆਂ ਨੇ। ਤੇ ਕਹਿੰਦਾ ਇੱਕ ਦਿਨ ਅਸੀਂ ਸਵੇਰੇ ਉੱਠੇ ਤੇ ਸਵੇਰੇ ਮਾਂ ਨੂੰ ਜਦੋਂ ਮੈਂ ਚਾਹ ਦੇਣ ਵਾਸਤੇ ਗਿਆ ਤੇ ਮਾਂ ਹਿੱਲੀ ਨਹੀਂ, ਤੇ ਵੇਖਿਆ ਮਾਂ ਦੀ ਡੈਥ ਹੋ ਗਈ ਸੀ, ਹਾਰਟ ਅਟੈਕ ਹੋ ਗਿਆ, ਡੈਥ ਹੋ ਗਈ। ਕਹਿੰਦਾ ਮੈਂ ਸੋਚ ਰਿਹਾ ਸਾਂ ਕਿ ਜੇ ਉਹ ਇੱਕ ਕਮਰਾ ਹੁੰਦਾ ਤੇ ਉਸ ਕਮਰੇ ਦੇ ਅੰਦਰ ਮਾਂ ਨੂੰ ਖਾਂਸੀ ਆਉਂਦੀ, ਮਾਂ ਨੂੰ ਕੋਈ ਹਰਕਤ ਹੁੰਦੀ, ਅਸੀਂ ਡਾਕਟਰ ਨੂੰ ਬੁਲਾਉਂਦੇ, ਮਾਂ ਨੂੰ ਲੈ ਕੇ ਜਾਂਦੇ, ਮਾਂ ਸ਼ਾਇਦ ਬਚ ਜਾਂਦੀ, ਸ਼ਾਇਦ ਬਚ ਜਾਂਦੀ। ਪਰ ਕਿਉਂਕਿ ਹੁਣ ਵੱਖਰਾ ਬੈਡਰੂਮ ਹੈ, ਵੱਖਰੀ ਦੀਵਾਰ ਹੈ, ਮੇਰੇ ਤੋਂ ਮਾਂ ਦੂਰ ਹੋ ਗਈ, ਮੈਂ ਮਾਂ ਤੋਂ ਦੂਰ ਹੋ ਗਿਆ, ਤੇ ਮਾਂ ਮਰ ਗਈ ਤੇ ਮੈਨੂੰ ਮਾਂ ਦਾ ਪਤਾ ਵੀ ਨਹੀਂ ਲੱਗਾ ਕਿ ਮਾਂ ਮਰ ਗਈ। ਯਾਨੀ ਵਧੀਆ ਲੱਗਾ ਵੀ ਬਿਲਕੁਲ ਗੱਲ ਠੀਕ। ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਘਰ ਨਾ ਹੋਣ, ਸਾਡੇ ਅੰਦਰ ਦੀਵਾਰਾਂ ਨੇ, ਇੱਕ ਦੂਜੇ ਤੋਂ ਬੰਦਾ ਦੂਰ ਹੈ। ਤਾਂ ਖੁਸ਼ੀ ਕਿਸ ਚੀਜ਼ ਦੇ ਅੰਦਰ ਹੈ? ਖੁਸ਼ੀ ਹੈ ਮੇਲ ਮਿਲਾਪ ਵਿੱਚ, ਖੁਸ਼ੀ ਹੈ ਚੰਗੇ ਗੁਣਾਂ ਦੇ ਅੰਦਰ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹਨਾਂ ਦੇ ਕਾਰਜ ਰਾਸ ਆ ਜਾਂਦੇ ਨੇ। ਭਾਵ ਉਹਨਾਂ ਦੇ ਕਾਰਜ ਦਾ ਜੋ ਮਕਸਦ ਹੁੰਦਾ ਨਾ ਖੁਸ਼ੀ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਪੈਦਾ ਹੋ ਜਾਂਦੀ। ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਇਸ ਪੌੜੀ ਵਿੱਚ ਗੁਰੂ ਦੀ ਉਪਮਾ ਕਰ ਰਹੇ ਨੇ, ਰੱਬ ਦੀ, ਗੁਰੂ ਦੀ। ਰੱਬ ਔਰ ਗੁਰੂ ਇੱਕੋ ਹੀ ਨੇ, ਗੁਰ ਪਰਮੇਸ਼ਰ ਏਕੋ ਜਾਨ। ਹੁਣ ਜੋ ਰੱਬ ਦੀ ਸਮਝ ਹੈ, ਮਤ ਹੈ, ਅਭੁੱਲ ਹੈ, ਉਹ ਮਤ ਪੂਰੀ, ਰੱਬ ਅਭੁੱਲ ਹੈ। ਅੰਮ੍ਰਿਤ ਜਾ ਕੀ ਦ੍ਰਿਸ਼ਟ, ਜਿਹਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਸਦਾ ਹੈ, ਆਤਮਕ ਜੀਵਨ ਜਿਹਦੇ ਦ੍ਰਿਸ਼ਟੀ ਚੋਂ ਵਰਸ ਰਿਹਾ ਹੈ। ਹੁਣ ਰੱਬ ਦੀ ਮਤ ਪੂਰੀ ਦਾ ਮਤਲਬ ਜਿੰਨੀ ਵੀ ਆ ਰੱਬ ਦੀ ਸ੍ਰਿਸ਼ਟੀ ਹੈ ਨਾ, ਇਹਦੇ ਅੰਦਰ ਕੋਈ ਉਕਾਈ ਨਹੀਂ ਹੈ। ਰੱਬ ਦਾ, ਕੁਦਰਤ ਦਾ ਹਰ ਕੰਮ ਉਕਾਈ ਤੋਂ ਰਹਿਤ ਹੈ। ਮਤ ਪੂਰੀ ਦਾ ਮਤਲਬ ਉਕਾਈ ਤੋਂ ਰਹਿਤ, ਅਭੁੱਲ। ਜਦੋਂ ਤੁਸੀਂ ਕੁਦਰਤ ਦੀ ਸਮਗਰਤਾ ਨੂੰ ਵੇਖੋਗੇ ਨਾ, ਤਾਂ ਇਹਦੇ ਅੰਦਰ ਕੋਈ ਭੁੱਲ ਨਹੀਂ ਹੈ, ਕੋਈ ਉਕਾਈ ਨਹੀਂ ਹੈ, ਹਰ ਚੀਜ਼ ਮੁਕੰਮਲ ਹੈ। ਤੇ ਰੱਬ ਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਸ ਰਿਹਾ ਹੈ। ਚੀਜ਼ ਨੂੰ ਸਮਝਣ ਵਾਸਤੇ ਅਸੀਂ ਥੋੜੀ ਜਿਹੀ ਦੁਨਿਆਵੀ ਮਿਸਾਲ ਲੈਣ ਦੀ ਟਰਾਈ ਕਰਾਂਗੇ। ਹੁਣ ਅਸੀਂ ਇੱਕ ਦੂਜੇ ਵੱਲ ਦੇਖਦੇ ਹਾਂ, ਤੇ ਕਈ ਵਾਰ ਬੱਚੇ ਵੱਲ ਮਾਂ ਬੜੇ ਪਿਆਰ ਦੇ ਨਾਲ ਦੇਖਦੀ ਹੈ, ਜਾਂ ਪਿਓ ਬੜੇ ਪਿਆਰ ਨਾਲ ਦੇਖਦਾ, ਤਾਂ ਬੱਚਾ ਭੱਜ ਕੇ ਮਾਂ ਪਿਓ ਦੀ ਗੋਦ ਵਿੱਚ ਆਉਂਦਾ। ਪਰ ਬੱਚੇ ਨੇ ਮਾੜਾ ਜਾਂ ਕੁਝ ਗੜਬੜ ਕੀਤਾ ਹੋਵੇ, ਤੇ ਪਿਓ ਜਦੋਂ ਅੱਖਾਂ ਕੱਢ ਕੇ ਵੇਖਦਾ ਗੁੱਸੇ ਦੇ ਨਾਲ, ਤੇ ਬੱਚੇ ਡਰ ਕੇ ਦੂਰ ਭੱਜਦੇ ਨੇ ਨਾ। ਹਾਲਾਂਕਿ ਕਿਆ ਕੁਛ ਨਹੀਂ, ਵੇਖਿਆ ਹੈ ਬਸ। ਵੇਖਣ ਦੇ ਨਾਲ ਅੰਦਰਲੀ ਭਾਵਨਾ ਪ੍ਰਗਟ ਹੋ ਗਈ। ਨਿੱਕੇ ਨਿੱਕੇ ਬੱਚੇ ਗੁਰਦੁਆਰੇ ਸਾਹਿਬ ਵਿੱਚ ਆਉਂਦੇ ਨੇ, ਤੁਸੀਂ ਕਿਸ ਨਾਲ ਪਿਆਰ ਵੱਲ ਵੇਖੋ, ਤੁਹਾਡੀ ਗੋਦ ਵਿੱਚ ਆ ਪੈਂਦੇ ਨੇ। ਥੋੜਾ ਜਿਹਾ ਖਰਵੀ ਜੀ ਨਜ਼ਰ ਨਾਲ ਵੇਖੋ, ਬੱਚੇ ਵੀ ਦੂਰ ਚਲੇ ਜਾਂਦੇ ਨੇ। ਸਾਡੀ ਨਜ਼ਰ ਦੱਸ ਦਿੰਦੀ ਹੈ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ। ਕਿਸੇ ਅਸੀਂ ਔਰਤ ਵੱਲ, ਪੁਰਸ਼ ਵੱਲ ਦੇਖਦੇ ਹਾਂ, ਤਾਂ ਸਾਡਾ ਨਜ਼ਰੀਆ ਹੀ ਦੱਸ ਦਿੰਦਾ ਹੈ ਕਿ ਇਹ ਬੰਦਾ ਕਿਸ ਨਜ਼ਰ ਦੇ ਨਾਲ ਤੱਕ ਰਿਹਾ ਹੈ। ਹੁਣ ਇਸ ਕੁਦਰਤ ਵੱਲ ਜਦੋਂ ਦੇਖੋਗੇ, ਤਾਂ ਇੱਥੇ ਤੁਹਾਨੂੰ ਕੋਈ ਚੀਜ਼ ਦੁਖਦਾਈ ਨਜ਼ਰ ਹੀ ਨਹੀਂ ਪਵੇਗੀ। ਇੱਥੇ ਹਰ ਚੀਜ਼ ਤੁਹਾਨੂੰ ਸੁਖਦਾਈ ਨਜ਼ਰ ਹੀ ਪਵੇਗੀ। ਚਾਹੇ ਚੰਦਰਮਾ ਹੈ, ਸੂਰਜ ਹੈ, ਗ੍ਰਹਿ ਨਕਸ਼ਤਰ ਨੇ, ਤਾਰੇ ਸਿਆਰੇ ਸਿਤਾਰੇ ਨੇ। ਇੱਥੇ ਅਨੇਕਾਂ ਕਿਸਮ ਦਾ ਫਲ ਹੈ, ਫੁੱਲ ਨੇ, ਅਨਾਜ ਨੇ। ਰੱਬ ਨੇ ਸਾਨੂੰ ਰਿਸ਼ਤੇ ਆਦਿਕ ਦਿੱਤੇ ਨੇ, ਸਾਰਾ ਕੁਝ ਸੁਖ ਵਾਸਤੇ ਹੀ ਨਾ। ਕਿਹੜੀ ਚੀਜ਼ ਜਿਹੜੀ ਸੁਖ ਵਾਸਤੇ ਨਾ ਹੋਵੇ। ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਨੂੰ ਯੂਜ਼ ਕਿਵੇਂ ਕਰਦੇ ਹਾਂ। ਤਾਂ ਰੱਬ ਦੀ ਨਜ਼ਰ ਦੇ ਅੰਦਰੋਂ ਸੁਖ ਵਰਸ ਰਿਹਾ ਹੈ, ਅੰਮ੍ਰਿਤ ਵਰਸ ਰਿਹਾ ਹੈ। ਸਾਡੇ ਅੰਦਰ ਉਹਨੇ ਕਿੰਨੇ ਗੁਣ ਪੈਦਾ ਕੀਤੇ ਨੇ, ਅੱਖਾਂ ਦਿੱਤੀਆਂ ਨੇ। ਤਾਂ ਜਿਵੇਂ ਅਸੀਂ ਰੋਜ਼ ਗੱਲਾਂ ਕਰ ਰਹੇ ਹਾਂ ਕਿ ਇਹਨਾਂ ਅੱਖਾਂ ਦੇ ਨਾਲ ਰੱਬ ਦਾ ਰੂਪ ਵੇਖੋ ਇੱਕ ਦੂਜੇ ਵਿੱਚ, ਤਾਂ ਇਹੀ ਤੁਹਾਡੇ ਅੰਮ੍ਰਿਤ ਦਾ ਕਾਰਨ ਬਣ ਜਾਣਗੇ। ਕੰਨ ਦਿੱਤੇ ਨੇ ਸੱਚ ਸੁਣੋ, ਜ਼ੁਬਾਨ ਦਿੱਤੀ ਹੈ ਪਿਆਰਮਈ। ਤਾਂ ਰੱਬ ਦੀ ਜਿਹੜੀ ਮੱਤ ਹੈ, ਭਾਵ ਹੈ ਸ੍ਰਿਸ਼ਟੀ ਜਿਹੜੀ ਹੈ, ਉਹ ਉਕਾਈ ਤੋਂ ਰਹਿਤ ਹੈ। ਰੱਬ ਦੀ ਮੱਤ ਉਕਾਈ ਤੋਂ ਰਹਿਤ ਹੈ, ਅਭੁੱਲ ਹੈ। ਔਰ ਜਿਸ ਦੀ ਨਜ਼ਰ ਦੇ ਅੰਦਰੋਂ ਅੰਮ੍ਰਿਤ ਬਰਸਦਿਆ ਹੈ ਦਇਆ ਦੇ ਵਿੱਚੋਂ। ਤਾਂ ਜੇ ਅਸੀਂ ਪੂਰਨਤਾ ਚਾਹੁੰਦੇ ਹਾਂ, ਸਾਡੇ ਵਿੱਚੋਂ ਅਧੂਰਾਪਨ ਮਿਟੇ, ਤਾਂ ਸਾਨੂੰ ਗੁਰੂ ਤੋਂ ਮੱਤ ਲੈਣੀ ਚਾਹੀਦੀ ਹੈ। ਔਰ ਜੇ ਅਸੀਂ ਚਾਹੁੰਦੇ ਹਾਂ ਸਾਨੂੰ ਆਤਮਿਕ ਜੀਵਨ ਮਿਲੇ, ਤਾਂ ਫਿਰ ਸਾਨੂੰ ਰੱਬ ਦੀ ਰਹਿਮਤ ਦੇ ਪਾਤਰ ਬਣਨਾ ਚਾਹੀਦਾ ਹੈ। ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਜਿਸ ਤੇ ਦਰਸ਼ਨ ਕਰਦਿਆਂ ਹੀ ਸਾਰੀ ਸ੍ਰਿਸ਼ਟੀ ਦਾ ਉद्धार ਹੋ ਜਾਂਦਾ ਹੈ।
ਜਿਹੜਾ ਵੀ ਦਰਸ਼ਨ ਕਰੇਗਾ ਉਹਦਾ ਉद्धार ਹੋ ਜਾਏਗਾ। ਤੇ ਦਰਸ਼ਨ ਕਿੱਥੋਂ ਕਰਨੇ ਨੇ? ਰੱਬ ਅੰਦਰ ਹੈ ਨਾ। ਘਟ ਘਟ ਮੈਂ ਹਰ ਜੂ ਵਸੈ। ਅੰਦਰੋਂ ਰੱਬ ਦੇ ਦਰਸ਼ਨ ਕਰਨੇ ਨੇ। ਤੇ ਰੱਬ ਦੇ ਦਰਸ਼ਨ ਕਿਸ ਰੂਪ ਵਿੱਚ ਹੋਣਗੇ? ਗੁਣਾਂ ਦੇ ਰੂਪ ਵਿੱਚ। ਗੁਣ ਸਾਡੇ ਸਾਰਿਆਂ ਦੇ ਵਿੱਚ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਨਿਰਭੈਤਾ, ਨਿਰਵੈਰਤਾ, ਇਹ ਗੁਣ ਸਾਡੇ ਸਾਰਿਆਂ ਦੇ ਅੰਦਰ ਨੇ। ਸਾਡੇ ਸਾਰਿਆਂ ਦੇ ਅੰਦਰ ਇਨਸਾਨੀਅਤ ਹੈ, ਅਸੀਂ ਅੰਦਰੋਂ ਉਹਨੂੰ ਪ੍ਰਗਟ ਕਰ ਸਕਦੇ ਹਾਂ। ਸਾਡੇ ਅੰਦਰ ਪਿਆਰ ਮੁਹੱਬਤ ਹੈ, ਪੂਰੀ ਦੁਨੀਆ ਦੇ ਜਿੰਨੇ ਵੀ ਮਨੁੱਖ ਮਾਤਰ ਨੇ। ਤੇ ਜੇ ਮਨੁੱਖ ਆਪਣੇ ਅੰਦਰੋਂ ਇਹਨਾਂ ਗੁਣਾਂ ਨੂੰ ਵੇਖੇ, ਇਹਨਾਂ ਗੁਣਾਂ ਨੂੰ ਯੂਜ਼ ਕਰੇ, ਇਹਨਾਂ ਗੁਣਾਂ ਦੀ ਵਰਤੋਂ ਕਰੇ, ਤਾਂ ਉद्धार ਹੋ ਜਾਏਗਾ ਨਾ। ਜੇ ਮੈਂ ਕੱਲਾ ਕਰਾਂਗਾ ਇਹਨਾਂ ਗੁਣਾਂ ਨੂੰ ਆਪਣੇ ਵਰਤੋਂ ਵਿੱਚ, ਮੇਰਾ ਉद्धार ਹੋ ਜਾਏਗਾ। ਜੇ ਤੁਸੀਂ ਕਰੋਗੇ ਤੁਹਾਡਾ ਹੋ ਜਾਏਗਾ। ਜੇ ਸਾਰੀ ਸ੍ਰਿਸ਼ਟੀ ਦੇ ਲੋਕ ਇਹਨਾਂ ਗੁਣਾਂ ਦਾ ਵਰਤੋਂ ਵਿੱਚ ਲਿਆਉਣਗੇ, ਸਾਰੀ ਸ੍ਰਿਸ਼ਟੀ ਦਾ ਉद्धार ਹੋ ਜਾਏਗਾ। ਵਿਕਾਰਾਂ ਤੋਂ ਬਚ ਜਾਏਗਾ ਬੰਦਾ। ਉद्धार ਹੋਣ ਦਾ ਮਤਲਬ ਵਿਕਾਰਾਂ ਤੋਂ ਬਚ ਜਾਣਾ, ਦੁੱਖਾਂ ਤੋਂ ਬਚ ਜਾਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪ੍ਰਭੂ ਦੇ ਦਰਸ਼ਨ ਸਫਲ ਨੇ। ਪ੍ਰਭੂ ਦੇ ਦਰਸ਼ਨ ਕੀਤਿਆਂ ਸਾਰੀ ਸ੍ਰਿਸ਼ਟੀ ਦਾ ਉद्धार ਹੁੰਦਾ ਹੈ, ਵਿਕਾਰਾਂ ਤੋਂ ਸ੍ਰਿਸ਼ਟੀ ਬਚਦੀ ਹੈ। ਚਰਨ ਕਮਲ ਜਾ ਕੇ ਅਨੂਪ, ਅਨੂਪ ਦਾ ਮਤਲਬ ਅਨੁਪਮ, ਜਿਸ ਦੀ ਉਪਮਾ ਨਾ ਹੋ ਸਕੇ, ਜਿਸ ਦੇ ਬਰਾਬਰ ਦੇ ਅਸੀਂ ਕੋਈ ਚੀਜ਼ ਕਹਿ ਨਹੀਂ ਸਕਦੇ। ਅਸੀਂ ਕਹਿ ਦਿੰਦੇ ਨਾ ਕਿ ਫਲਾਂ ਬੰਦਾ ਉਸ ਬੰਦੇ ਵਰਗਾ ਹੈ। ਵਰਗਾ ਦਾ ਮਤਲਬ ਉਹਦੇ ਵਰਗਾ ਕੋਈ ਹੋਰ ਵੀ ਹੈ। ਤੇ ਅਨੁਪਮ ਦਾ ਮਤਲਬ ਹੁੰਦਾ ਜਿਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਚਰਨ ਕਮਲ ਦਾ ਮਤਲਬ ਰੱਬ ਦੇ ਗੁਣ। ਰੱਬ ਦੇ ਜੋ ਸੋਹਣੇ ਕਮਲਾਂ ਵਰਗੇ ਚਰਨ ਨੇ, ਸੋਹਣੇ ਨੇ, ਤੇ ਉਹਨਾਂ ਵਰਗਾ ਕੋਈ ਹੋਰ ਹੈ ਨਹੀਂ। ਰੱਬ ਦੇ ਚਰਨਾਂ ਦਾ ਮਤਲਬ ਰੱਬ ਦੇ ਗੁਣ। ਹੁਣ ਜੇ ਰੱਬੀ ਗੁਣਾਂ ਦੇ ਅਸੀਂ ਧਾਰਨੀ ਹੋ ਜਾਵੀਏ ਤਾਂ ਸਾਡੇ ਵਰਗਾ ਮਹਾਨ ਕੌਣ ਹੋ ਸਕਦਾ ਹੈ? ਤਾਂ ਪ੍ਰਭੂ ਦੇ ਸੋਹਣੇ ਜਿਹੜੇ ਚਰਨ ਨੇ, ਕਮਲਾਂ ਵਰਗੇ, ਬੜੇ ਸੁੰਦਰ ਨੇ, ਭਾਵ ਕਿ ਪ੍ਰਭੂ ਦੇ ਗੁਣ ਬੜੇ ਸੋਹਣੇ ਨੇ। ਸਫਲ ਦਰਸ਼ਨ, ਸੁੰਦਰ ਹਰ ਰੂਪ। ਹਰੀ ਦਾ ਰੂਪ, ਹਰੀ ਦਾ ਰੂਪ ਹੈ ਗੁਰੂ। ਹਰੀ ਦਾ ਰੂਪ ਬੜਾ ਸੋਹਣਾ ਹੈ। ਸਫਲ ਦਰਸ਼ਨ ਦਾ ਮਤਲਬ ਜਿਹਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਫਲ ਦੇਣ ਵਾਲਾ ਹੈ। ਹੁਣ ਅਸੀਂ ਕਰਮ ਕਰਦੇ ਆ ਨਾ, ਤੇ ਜਿੰਨੇ ਵੀ ਅਸੀਂ ਕਰਮ ਕਰਦੇ ਆ, ਸਾਡਾ ਮਿਲਵਰਤਨ ਹੈ, ਸਾਡਾ ਬੋਲ ਚਾਲ ਹੈ, ਜੋ ਕੁਝ ਵੀ ਹੈ, ਉਹ ਇਸ ਵਾਸਤੇ ਹੈ ਨਾ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋਵੇ, ਸ਼ਾਂਤੀ ਪੈਦਾ ਹੋਵੇ। ਤਾਂ ਜੋ ਰੱਬ ਦਾ ਦਰਸ਼ਨ ਹੈ ਉਹ ਫਲ ਦੇਣ ਵਾਲਾ ਹੈ। ਤੇ ਰੱਬ ਦੇ ਦਰਸ਼ਨ ਕੀ ਨੇ? ਇੱਕ ਤਾਂ ਗੁਣਾਂ ਦੀ ਗੱਲ ਕਿ ਆਪਣੇ ਅੰਦਰੋਂ ਗੁਣਾਂ ਦੇ ਦੀਦਾਰ ਕਰਨੇ ਨੇ। ਦੂਜਾ ਇਹ ਹੈ ਕਿ ਅਸੀਂ ਇੱਕ ਦੂਜੇ ਦੇ ਵਿੱਚ ਰੱਬ ਨੂੰ ਵੇਖਣਾ ਹੈ, ਇੱਕ ਦੂਜੇ ਦੇ ਵਿੱਚ ਉਹਨਾਂ ਗੁਣਾਂ ਨੂੰ ਵੇਖਣਾ ਹੈ। ਤੀਜੀ ਗੱਲ ਹੈ ਕਿ ਜਦੋਂ ਅਸੀਂ ਕਵਾਂਗੇ ਸਭ ਮੈਂ ਜੋਤ, ਜੋਤ ਹੈ ਸੋਏ, ਤੇ ਅਸੀਂ ਇੱਕ ਦੂਜੇ ਦਾ ਨਾਲ ਵਿਹਾਰ ਰੱਬ ਵਰਗਾ ਕਰਾਂਗੇ। ਤੁਸੀਂ ਮੈਨੂੰ ਰੱਬ ਦਾ ਰੂਪ ਦਿਸੋ, ਮੈਂ ਤੁਹਾਨੂੰ ਰੱਬ ਦਾ ਰੂਪ ਦਿਸਾਂ। ਮੈਂ ਤੁਹਾਡੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਾਂ, ਤੁਸੀਂ ਮੇਰੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰੋ, ਤਾਂ ਕਿੰਨੀ ਜ਼ਿੰਦਗੀ ਸੌਖੀ ਹੋ ਜਾਏਗੀ। ਔਰ ਇਹ ਚੀਜ਼ਾਂ ਇੰਪੋਸੀਬਲ ਨਹੀਂ ਹਨ, ਪੋਸੀਬਿਲਿਟੀ ਹੈ, ਸੰਭਾਵਨਾ ਹੈ, ਐਸਾ ਹੋ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਦਰਸ਼ਨ ਫਲ ਦੇਣ ਵਾਲਾ ਹੈ, ਸੁੱਖ ਦੇਣ ਵਾਲਾ ਹੈ। ਜੇ ਅਸੀਂ ਸੁੱਖ ਚਾਹੁੰਦੇ ਹਾਂ ਤੇ ਸਾਨੂੰ ਰੱਬ ਦੇ ਦਰਸ਼ਨ ਕਰਨੇ ਚਾਹੀਦੇ ਨੇ। ਰੱਬ ਦੇ ਦਰਸ਼ਨ ਦਾ ਮਤਲਬ ਮਾਲਾ ਫੇਰ ਕੇ ਸਮਾਧੀਆਂ ਲਾ ਕੇ ਨਹੀਂ, ਆਪਣੇ ਅੰਦਰੋਂ ਗੁਣਾਂ ਦੇ ਦਰਸ਼ਨ ਕਰੋ, ਸੈਲਫ ਐਨਾਲਿਸਿਸ ਕਰੋ ਕਿ ਮੇਰੇ ਅੰਦਰ ਇੰਨੇ ਗੁਣ ਨੇ, ਮੇਰੇ ਅੰਦਰ ਏਡੀਆਂ ਵੱਡੀਆਂ ਪੋਸੀਬਿਲਿਟੀਜ਼ ਨੇ, ਤੇ ਮੈਂ ਕਿਉਂ ਐਵੇਂ ਈਰਖਾ ਕਰਦਾ ਫਿਰਨਾ? ਮੈਂ ਇੰਨੀ ਚੰਗੀ ਬੋਲਬਾਣੀ ਮੇਰੀ ਹੋ ਸਕਦੀ ਹੈ, ਤਾਂ ਮੈਂ ਕਿਉਂ ਗੁੱਸੇ ਦੇ ਨਾਲ ਬੋਲਦਾ? ਮੈਂ ਆਪਣੀ ਟੋਨ ਨੂੰ ਠੀਕ ਕਰਾਂ, ਮੈਂ ਆਪਣੇ ਅੰਦਰ ਪਿਆਰ ਮੁਹੱਬਤ ਪੈਦਾ ਕਰਾਂ। ਕਿਉਂ ਮੈਂ ਇਨਫੀਰੀਅਰਿਟੀ ਕੰਪਲੈਕਸ ਜਾਂ ਸੁਪਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੋਇਆ ਫਿਰਨਾ? ਰੱਬੀ ਗੁਣਾਂ ਦੇ ਅੰਦਰੋਂ ਦਰਸ਼ਨ ਕਰੋ, ਉਹਨਾਂ ਨੂੰ ਪ੍ਰਗਟ ਕਰੋ, ਉਹਨਾਂ ਨੂੰ ਵਰਤੋਂ ਵਿੱਚ ਲਿਆਓ। ਦਰਸ਼ਨ ਕਰਨ ਦਾ ਮਤਲਬ ਗੁਣਾਂ ਨੂੰ ਵਰਤੋਂ ਵਿੱਚ ਲਿਆਓ, ਜੀਵਨ ਸੌਖਾ ਹੋ ਜਾਏਗਾ, ਫਲ ਮਿਲੇਗਾ ਨਾ। ਇੱਕ ਦੂਜੇ ਦੇ ਨਾਲ ਵਿਹਾਰ ਜਿਹੜਾ ਹੈ, ਪਰਿਵਾਰ ਦੇ ਅੰਦਰ ਪਤੀ ਪਤਨੀ, ਮਾਂ-ਬਾਪ, ਬੱਚੀਆਂ ਬੱਚੇ, ਰੱਬ ਵਰਗਾ ਵਿਹਾਰ ਕਰੋ, ਰਿਸ਼ਤੇਦਾਰਾਂ ਨਾਲ, ਸੱਜਣਾ ਮਿੱਤਰਾਂ ਨਾਲ। ਸੁੰਦਰ ਹਰ ਰੂਪ, ਰੱਬ ਦਾ ਰੂਪ ਬੜਾ ਸੋਹਣਾ ਹੈ। ਹੁਣ ਦੇਖੋ, ਰੱਬ ਦਾ ਰੂਪ ਹੈ, ਸਾਰਾ ਸੰਸਾਰ ਰੱਬ ਦਾ ਰੂਪ ਹੈ ਨਾ, ਸੰਸਾਰ ਬੜਾ ਸੁਹਾਵਣਾ ਹੈ। ਦੂਜੀ ਗੱਲ ਕਿ ਤੁਸੀਂ ਸਰੀਰ ਕਰਕੇ
ਰੱਬ ਦਾ ਹੀ ਇੱਕ ਬੁਲਬੁਲਾ ਹੋ, ਰੱਬ ਦਾ ਹੀ ਜੇ ਰੱਬ ਇੱਕ ਪੇੜ ਹੈ ਤੇ ਅਸੀਂ ਉਹਦੇ ਹੀ ਪੱਤੇ ਹਾਂ, ਉਹਦੀਆਂ ਟਹਿਣੀਆਂ ਹਾਂ। ਜੇ ਰੱਬ ਇੱਕ ਜ਼ਿੰਦਗੀ ਦਾ ਸਮੁੰਦਰ ਮੰਨ ਲਈਏ ਤਾਂ ਅਸੀਂ ਉਹਦੇ ਹੀ ਵੇਵਸ ਹਾਂ, ਅਸੀਂ ਉਹਦੇ ਹੀ ਬੁਲਬੁਲੇ ਹਾਂ। ਰੱਬ ਦਾ ਹੀ ਇੱਕ ਪਾਰਟ ਆ ਨਾ, ਕਿਉਂਕਿ ਸਾਰਾ ਵਿਸ਼ਵ, ਸਾਰਾ ਸੰਸਾਰ ਸਮੁੱਚਤਾ ਰੱਬ ਹੈ, ਰੱਬ ਦਾ ਰੂਪ ਹੈ, ਤੇ ਮੈਂ ਉਸ ਰੱਬ ਦਾ ਹੀ ਇੱਕ ਪਾਰਟ ਹਾਂ। ਤਾਂ ਰੱਬ ਦਾ ਪਾਰਟ ਕਿੰਨਾ ਸੋਹਣਾ ਹੋਏਗਾ ਨਾ। ਰੱਬ ਦਾ ਕੋਈ ਪਾਰਟ ਮਾੜਾ ਤੇ ਨਹੀਂ ਹੋ ਸਕਦਾ। ਮੈਂ ਰੱਬ ਦਾ ਇੱਕ ਅੰਗ ਹਾਂ, ਤਾਂ ਫਿਰ ਮੈਂ ਆਪਣੇ ਆਪ ਨੂੰ ਮਾੜਾ ਕਿਉਂ ਸਮਝਾਂ? ਤੁਸੀਂ ਰੱਬ ਦਾ ਇੱਕ ਅੰਗ ਹੋ, ਤਾਂ ਮੈਂ ਤੁਹਾਨੂੰ ਮਾੜਾ ਕਿਉਂ ਸਮਝਾਂ? ਤੁਸੀਂ ਬੜੇ ਸੁੰਦਰ ਹੋ, ਬੜੇ ਚੰਗੇ ਹੋ, ਬੜੇ ਮਹਾਨ ਹੋ। ਆਪਣੇ ਆਪ ਨੂੰ ਇਹ ਸਮਝੋ ਕਿ ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹਾਂ। ਮੇਰੇ ਵਰਗਾ ਹੋਰ ਕੋਈ ਵੀ ਨਹੀਂ, ਔਰ ਇਹ ਹੰਕਾਰ ਨਹੀਂ ਹੈ, ਸੱਚਾਈ ਹੈ। ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇਸ ਲਈ ਇਹ ਸਮਝੋ ਕਿ ਮੇਰਾ ਰੂਪ ਸੁੰਦਰ ਹੈ, ਜੈਸਾ ਮੈਂ ਹਾਂ ਬੜਾ ਸੋਹਣਾ ਹਾਂ, ਬੜਾ ਚੰਗਾ ਹਾਂ, ਸਰੀਰ ਕਰਕੇ ਜੈਸਾ ਮੈਂ ਹਾਂ ਠੀਕ ਹਾਂ। ਦੂਜੇ ਦੇ ਨਾਲ ਕੰਪੇਅਰ ਨਾ ਕਰੋ। ਤੁਹਾਡੇ ਆਪਣੇ ਅੰਦਰ ਬਹੁਤ ਵੱਡੀਆਂ ਕੁਆਲਿਟੀਆਂ ਨੇ, ਉਹਨਾਂ ਕੁਆਲਿਟੀਆਂ ਨੂੰ ਪੈਦਾ ਕਰੋ। ਤਾਂ ਜਦੋਂ ਬੰਦੇ ਦਾ ਸੁਭਾਅ ਚੰਗਾ ਹੁੰਦਾ ਹੈ ਨਾ, ਬੰਦੇ ਅੰਦਰ ਨਿਮਰਤਾ ਹੋਵੇ, ਪਿਆਰ ਮੁਹੱਬਤ ਹੋਵੇ, ਸੱਚਾਈ ਹੋਵੇ, ਹੋਰ ਬਹੁਤ ਸਾਰੇ ਗੁਣ ਹੋਣ, ਤਾਂ ਜੇ ਨੈਣ ਨਕਸ਼ ਜਿਹਨਾਂ ਨੂੰ ਅਸੀਂ ਕਹਿੰਦੇ ਆ ਚੰਗੇ ਨਹੀਂ, ਤਾਂ ਵੀ ਸੋਹਣੇ ਲੱਗੋਗੇ। ਸੁੰਦਰਤਾ ਜਿਹੜੀ ਹੈ ਸਰੀਰ ਦੀ ਨਹੀਂ ਹੈ, ਸੁੰਦਰਤਾ ਮਾਨਸਿਕਤਾ ਦੀ ਹੈ। ਤੇ ਸਾਡਾ ਸਾਰਿਆਂ ਦਾ ਸਰੂਪ ਬੜਾ ਸੁੰਦਰ ਹੋ ਸਕਦਾ ਹੈ, ਸਾਡੀ ਮਾਨਸਿਕਤਾ ਮਹਾਨ ਹੋ ਸਕਦੀ ਹੈ। ਧਨ ਸੇਵਾ ਸੇਵਕ ਪ੍ਰਵਾਨ, ਰੱਬ ਦੀ ਸੇਵਾ ਜਿਹੜੀ ਹੈ ਨਾ, ਉਹ ਧਨਤਾ ਯੋਗ ਹੈ, ਉਹਦੀ ਸੇਵਾ ਮੁਬਾਰਕ ਹੈ। ਸੇਵਕ ਪ੍ਰਵਾਨ, ਤੇ ਜਿਹੜਾ ਸੇਵਕ ਹੈ ਰੱਬ ਦੇ ਦਰ ਤੇ ਪ੍ਰਵਾਨ ਹੈ। ਜਿਹੜਾ ਸੇਵਕ ਹੈ ਨਾ ਰੱਬ ਦਾ, ਉਹ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਤੇ ਜਿਹੜਾ ਸੇਵਕ ਰੱਬ ਦੇ ਦਰ ਤੇ ਪ੍ਰਵਾਨ ਹੋ ਗਿਆ, ਉਹਦੀ ਸੇਵਾ ਮੁਬਾਰਕ ਹੈ। ਸੇਵਾ ਕੀਤੀ ਸਫਲ ਹੈ ਨਾ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਚ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੈ। ਜਿਹੜਾ ਉਪਦੇਸ਼ ਗੁਰੂ ਨੇ ਦਿੱਤਾ ਹੈ, ਜਦੋਂ ਸਿੱਖ ਉਹਨੂੰ ਕੰਨਾਂ ਦੇ ਨਾਲ ਸੁਣਦਾ ਹੈ ਔਰ ਗੁਰੂ ਦੇ ਉਪਦੇਸ਼ ਨੂੰ ਮੰਨਦਾ ਹੈ, ਅਮਲ ਵਿੱਚ ਲਿਆਉਂਦਾ ਹੈ, ਤਾਂ ਉਹ ਸੇਵਕ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ। ਉਹ ਸੇਵਕ ਮਹਾਨ ਹੋ ਜਾਂਦਾ ਹੈ, ਉਹ ਸੇਵਕ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਗੁਰੂ ਚਰਨਾਂ ਵਿੱਚ ਆਉਣ ਤੋਂ ਪਹਿਲਾਂ ਦੇਵੀ ਦੇ ਪੁਜਾਰੀ ਨੇ, ਲੇਕਿਨ ਗੁਰੂ ਦੇ ਚਰਨਾਂ ਤੇ ਆਣ ਕੇ ਜਦੋਂ ਉਹਨਾਂ ਨੇ ਮਨਮਤ ਤਿਆਗ ਦਿੱਤੀ, ਗੁਰੂ ਦੀ ਸੇਵਾ ਕੀਤੀ, ਸੇਵਕ ਪ੍ਰਵਾਨ ਹੋ ਗਿਆ ਨਾ। ਤੇ ਉਹ ਹੁਣ ਅੱਜ ਭਾਈ ਲਹਿਣਾ ਨਹੀਂ ਰਹੇ, ਗੁਰੂ ਅੰਗਦ ਦੇਵ ਹੋ ਗਏ। ਗੁਰੂ ਅਮਰਦਾਸ ਜੀ ਕਿੰਨੀ ਉਮਰ ਦੇ ਵਿੱਚ ਦੇਖੋ ਆਏ ਨੇ ਗੁਰੂ ਚਰਨਾਂ ਵਿੱਚ। ਉਸ ਤੋਂ ਪਹਿਲਾਂ ਤੀਰਥਾਂ ਤੇ ਨਹਾਣਾ ਕਰਮਕਾਂਡ ਹੀ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਆਏ, ਆਪਣੀ ਮੱਤ ਮਨ ਦੀ ਤਿਆਗ ਦਿੱਤੀ, ਗੁਰੂ ਦੀ ਮੱਤ ਦੇ ਧਾਰਨੀ ਹੋ ਗਏ, ਗੁਰੂ ਦੇ ਦੱਸੇ ਰਾਹਾਂ ਤੇ ਤੁਰ ਗਏ, ਸੇਵਾ ਪ੍ਰਵਾਨ ਹੋ ਗਈ ਨਾ। ਗੁਰੂ ਅਮਰਦਾਸ ਜਿਹਨੂੰ ਲੋਕ ਕਹਿੰਦੇ ਸਨ ਵੀ ਕੁੜਮਾਂ ਦੇ ਦਰ ਤੇ ਆਣ ਕੇ ਤੇ ਟੋਕਰੀ ਢੋਂਦਾ ਫਿਰਦਾ, ਪਾਣੀ ਭਰਦਾ ਫਿਰਦਾ, ਭਾਂਡੇ ਮਾਂਜਦਾ ਫਿਰਦਾ, ਉਹ ਗੁਰੂ ਅਮਰਦਾਸ ਬਣ ਗਏ। ਕੌਣ ਬਣ ਗਏ? ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤਿਰਿਆਂ ਦੀ ਥਿਰ, ਨਚੀਜਿਆਂ ਨੂੰ ਚੀਜ਼ ਕਰਨ ਵਾਲੇ, ਸਤ ਵਸਤੂ ਦੇ ਵਕਤਾ, ਤਤ ਵਸਤੂ ਦੇ ਦਾਤਾ ਹੋ ਨਿਬੜੇ ਨਾ। ਸੇਵਕ ਪ੍ਰਵਾਨ ਹੋ ਜਾਂਦਾ ਹੈ, ਉਹਦੀ ਸੇਵਾ ਧਨਤਾ ਯੋਗ ਹੈ, ਜਿਹੜਾ ਪ੍ਰਵਾਨ ਹੋ ਜਾਏ। ਤੇ ਜੇ ਪ੍ਰਵਾਨ ਨਹੀਂ ਹੋਇਆ ਤੇ ਇਹਦਾ ਮਤਲਬ ਸੇਵਾ ਜਿਹੜੀ ਹੈ ਨਾ, ਉਹਦੇ ਵਿੱਚ ਕਮੀ ਹੈ, ਕਿਤੇ ਮਤ ਥੋੜੀ ਸੇਵ ਗਵਾਈ ਹੈ। ਕਈ ਲੋਕ ਸੇਵਾ ਕਰਦੇ ਨੇ, ਪਰ ਹੋਛੀ ਮਤ ਦੇ ਨਾਲ ਕੀਤਿਆਂ ਹੋਇਆਂ ਸੇਵਾ ਵੀ ਗਵਾਚ ਦਿੰਦੀ ਹੈ। ਆਪਾਂ ਪਿੱਛੇ ਕਹਾਣੀ ਸੁਣਾਈ ਸੀ ਨਾ ਮੈਂ ਤੁਹਾਨੂੰ, ਮਾਤਾ ਨੇ ਅਰਦਾਸ ਕੀਤੀ ਵੀ ਬਾਬਾ ਮੇਰੇ ਵੱਲ ਪੋਤਰਾ ਹੋਏ ਤੇ ਮੈਂ ਸੇਵਾ ਸੰਗਤਾਂ ਦੀ ਕਰਾਂ। ਤੇ ਪੋਤਰੇ ਨੇ ਜਨਮ ਲਿਆ ਪੋਹ ਦੇ ਦਿਨਾਂ 'ਚ, ਤੇ ਮਾਤਾ ਹੁਣ ਸੇਵਾ ਕਰਨ ਆਈ, ਬਾਹਰ ਪਾਲਾ ਪੈਣ ਡਿਆ, ਕੱਕਰ ਜੰਮਿਆ, ਲੋਕ ਠਰੂ ਠਰੂ ਕਰਦੇ ਨੇ, ਤੇ ਬੇਬੇ ਨੇ ਵੱਡਾ ਸਾਰਾ ਪੱਖਾ ਲੈ ਕੇ, ਤੇ ਪੱਖਾ ਚੱਲਦੀ ਹੈ, ਸੰਗਤਾਂ ਨੂੰ ਚੱਲਦੇ ਸਨ ਨਾ ਪੱਖਾ। ਤੇ ਬੀਬੀਆਂ ਤੇ ਵੀਰ ਆਖਣ ਲੱਗੇ, ਬੇਬੇ ਇੰਨੀ ਸਰਦੀ, ਲੋਕ ਠਰੂ ਠਰੂ ਕਰਦੇ ਨੇ, ਸਾਨੂੰ ਜ਼ੁਕਾਮ ਕਰਨਾ ਹੀ। ਤੇ ਮਾਤਾ ਆਂਦੀ, ਤੁਹਾਨੂੰ ਜ਼ੁਕਾਮ ਹੋਵੇ, ਸਰਸਾਮ ਹੋਵੇ, ਜੋ ਮਰਜੀ, ਮੈਂ ਤੇ ਸੇਵਾ ਸੁਖੀ, ਮੈਂ ਤੇ ਸੇਵਾ ਕਰਨੀ ਆ। ਹੁਣ ਇਹ ਸੇਵਾ ਥੋੜਾ ਹੈ, ਪੱਖੇ ਦੀ ਸੇਵਾ ਤੇ ਗਰਮੀਆਂ 'ਚ ਹੋ ਸਕਦੀ ਹੈ ਨਾ। ਹੋਛੀ ਮੱਤ ਦੇ ਨਾਲ ਕੀਤੀ ਸੇਵਾ ਵੀ ਗਵਾਚ ਜਾਂਦੀ ਹੈ।
ਇਸ ਲਈ ਸੇਵਾ ਉਹ ਜਿਹੜਾ ਸੇਵਕ ਦਰ ਤੇ ਪ੍ਰਵਾਨ ਹੋ ਜਾਏ। ਤੇ ਸੇਵਕ ਪ੍ਰਵਾਨ ਕਿਹੜਾ ਹੈ? ਜਿਹਦੇ ਵਿੱਚ ਗੁਣ ਨੇ, ਅਸੀਂ 8-9 ਗੁਣਾਂ ਦੀ ਵਿਚਾਰ ਕੀਤੀ ਨਾ ਪਿੱਛੇ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ। ਤੇ ਇਸ ਪੌੜੀ ਦੇ ਅੰਤ ਵਿੱਚ ਕਹਿੰਦੇ ਨੇ ਵਡਿਆਈ ਵੱਡਾ ਪਾਇਆ। ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਸੇਵਕ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਧੰਤਾ ਯੋਗ ਹੈ ਉਸ ਮਨੁੱਖ ਦੀ ਸੇਵਾ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਹੁਣ ਦੇਖੋ ਅਸੀਂ ਕਿਵੇਂ ਪ੍ਰਵਾਨ ਹੋ ਸਕਦੇ ਹਾਂ ਨਾ ਗੁਰੂ ਦੇ ਦਰ ਤੇ, ਪਰ ਅਸੀਂ ਸੇਵਾ ਨੂੰ ਸੀਮਤ ਕਰ ਲਿਆ। ਗੁਰਦੁਆਰਾ ਸਾਹਿਬ ਭਾਂਡੇ ਮਾਂਜਣੇ, ਲੰਗਰ ਪਕਾਣਾ ਛਕਾਣਾ, ਸਿਰਫ ਅਸੀਂ ਸੇਵਾ ਨੂੰ ਇੱਥੇ ਕੈਦ ਕਰ ਲਿਆ। ਸੇਵਾ ਇੱਥੇ ਖਤਮ ਨਹੀਂ ਹੁੰਦੀ। ਗੁਰਦੁਆਰਾ ਸਾਹਿਬ ਜਾ ਕੇ ਅਸੀਂ ਸੇਵਾ ਸਿੱਖਣੀ ਹੈ। ਸਾਡਾ ਸਕੂਲ ਹੈ ਗੁਰਦੁਆਰਾ, ਸਤਸੰਗਤ ਸਤਿਗੁਰ ਚਟਸਾਲ ਹੈ। ਪਰ ਸਿੱਖ ਦੀ ਸੇਵਾ ਦਾ ਦਾਇਰਾ ਪੂਰਾ ਸੰਸਾਰ ਹੈ। ਸਹਿਯੋਗ ਕਰਨਾ ਨਿਸ਼ਕਾਮ ਭਾਵਨਾ ਦੇ ਨਾਲ, ਤਾਂ ਉਹ ਇਨਸਾਨ ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜਿੰਦਾ ਹੈ, ਉਹ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਉਹਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ। ਅੰਤਰਜਾਮੀ ਪੁਰਖ ਪ੍ਰਧਾਨ, ਪੁਰਖ ਦਾ ਮਤਲਬ ਰਮਿਆ ਹੋਇਆ, ਪ੍ਰਧਾਨ ਦਾ ਮਤਲਬ ਵੱਡਾ ਆਗੂ, ਅੰਤਰਜਾਮੀ ਦਾ ਮਤਲਬ ਦਿਲਾਂ ਦੀ ਜਾਣਨ ਵਾਲਾ। ਅਕਾਲ ਪੁਰਖ ਪ੍ਰਭੂ ਹਰ ਇੱਕ ਦੇ ਦਿਲ ਦੀ ਜਾਣਨ ਵਾਲਾ ਹੈ, ਰਮਿਆ ਹੋਇਆ ਹੈ ਔਰ ਵੱਡਾ ਹੈ। ਹੁਣ ਅਸੀਂ ਸੇਵਾ ਦੱਸਣੀ ਚਾਹੁੰਦੇ ਹਾਂ ਕਿ ਮੈਂ ਇਹ ਸੇਵਾ ਕੀਤੀ। ਰੱਬ ਨੂੰ ਦੱਸਣ ਦੀ ਲੋੜ ਨਹੀਂ, ਉਹ ਅੰਤਰਜਾਮੀ ਹੈ, ਉਹਨੂੰ ਪਤਾ ਹੈ ਤੁਸੀਂ ਕੀ ਕੀਤਾ। ਜੇ 1.25 ਪਾਉਂਡ ਦਿੱਤਾ ਹੈ ਨਾ ਕਿਤੇ, ਕੋਈ 5-10 ਪਾਉਂਡ ਗੁਰਦੁਆਰੇ ਗੋਲਕ ਵਿੱਚ ਪਾਏ ਨੇ, ਤੇ ਉਹਨੂੰ ਪਤਾ ਹੈ। ਤੇ ਜਿਹੜਾ ਤੁਸੀਂ 10,000 ਪਾਉਂਡ ਛੋਟੇ ਭਰਾ ਦਾ ਮਾਰਿਆ, ਉਹਨੂੰ ਵੀ ਪਤਾ ਹੈ, ਕਿਉਂਕਿ ਅੰਤਰਜਾਮੀ ਹੈ ਨਾ। ਜਿਹੜੀ ਤੁਸੀਂ ਕਿਸੇ ਦੀ ਸਿਫਤ ਕੀਤੀ ਹੈ ਨਾ ਕਿ ਤੂੰ ਬੜਾ ਚੰਗਾ ਬੰਦਾ ਹੈ, ਕੋਈ ਭੈਣਾ ਸਬਜ਼ੀ ਭਾਜੀ ਅੱਜ ਬਹੁਤ ਵਧੀਆ ਬਣਾਈ ਹੈ, ਸਿਫਤ ਕੀਤੀ ਹੈ ਨਾ, ਉਹਨੂੰ ਰੱਬ ਨੂੰ ਪਤਾ ਹੈ। ਤੇ ਜਿਹੜੀ ਇਸ ਭੈਣ ਦੀ ਜਾਂ ਭਰਾ ਦੀ ਬਾਅਦ ਵਿੱਚ ਮਿੱਟੀ ਪਲੀਤ ਕਰਦੇ, ਉਹਦਾ ਵੀ ਪਤਾ ਹੈ ਉਹਨੂੰ। ਅੰਤਰਜਾਮੀ ਹੈ ਨਾ। ਤੇ ਪੁਰਖ ਦਾ ਮਤਲਬ ਰਮਿਆ ਹੋਇਆ ਹਰ ਥਾਂ ਤੇ। ਜੇ ਇਹ ਚੀਜ਼ਾਂ ਸਮਝ ਆ ਜਾਣ ਨਾ, ਸਾਡੀ ਜ਼ਿੰਦਗੀ ਬਦਲ ਜਾਏਗੀ। ਜਦੋਂ ਅੰਤਰਜਾਮੀ ਹੈ ਤਾਂ ਇਹਦਾ ਮਤਲਬ ਮੈਂ ਅੰਦਰੋਂ ਬਾਹਰੋਂ ਫਿਰ ਇੱਕ ਹੋਵਾਂਗਾ ਨਾ। ਮੈਂ ਅੰਦਰੋਂ ਹੋਰ ਹੋ ਕੇ ਤੇ ਬਾਹਰੋਂ ਹੋਰ ਹੋ ਕੇ ਰੱਬ ਨੂੰ ਧੋਖਾ ਨਹੀਂ ਦੇ ਸਕਦਾ। ਦੂਜੇ ਨੰਬਰ ਤੇ ਉਹ ਹਰ ਥਾਂ ਤੇ ਹੈ। ਜਿੱਥੇ ਅਸੀਂ ਅਰਦਾਸ ਕਰਦੇ ਆ ਨਾ ਕਿ ਰੱਬਾ ਸਾਨੂੰ ਤੰਦਰੁਸਤੀ ਬਖਸ਼, ਜਾਂ ਨਾਮਦਾਨ ਦਾ ਜੋ ਵੀ ਅਸੀਂ ਮੰਗਦੇ ਆ, ਤੇ ਅਸੀਂ ਸਮਝਦੇ ਆ ਵੀ ਰੱਬ ਇੱਥੇ ਹੈ, ਤੇ ਹੁੰਦਾ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਵੀ ਨਹੀਂ ਹੁੰਦਾ। ਜਦੋਂ ਅਸੀਂ ਅਰਦਾਸ ਕਰਦੇ ਆ, ਸਮਝਦੇ ਆ ਰੱਬ ਸਾਡੇ ਨੇੜੇ ਹੈ। ਪਰ ਮੈਂ ਬੇਨਤੀ ਕਰਾਂ, ਜਦੋਂ ਅਸੀਂ ਚੋਰੀ ਕਰਨੇ ਆ, ਈਰਖਾ ਕਰਦੇ ਆ, ਉਦੋਂ ਵੀ ਉਹ ਨੇੜੇ ਹੁੰਦਾ ਹੈ, ਉਦੋਂ ਵੀ ਨੇੜੇ ਹੁੰਦਾ ਹੈ, ਉਹ ਉਦੋਂ ਦੂਰ ਨਹੀਂ ਗਿਆ ਹੁੰਦਾ। ਪੁਰਖ ਦਾ ਮਤਲਬ ਹੀ, ਜੇ ਇਹਨਾਂ ਚੀਜ਼ਾਂ ਨੂੰ ਬੰਦਾ ਸਮਝ ਕੇ ਜ਼ਿੰਦਗੀ ਜੀਵੇ ਤਾਂ ਜੀਵਨ ਬਦਲ ਜਾਏਗਾ। ਤਾਂ ਉਹ ਪ੍ਰਭੂ ਅੰਤਰਜਾਮੀ ਹੈ, ਉਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਰਮਿਆ ਹੋਇਆ ਹੈ, ਸਭ ਤੋਂ ਵੱਡਾ ਹੈ, ਉਹਦੇ ਤੋਂ ਵੱਡਾ ਹੋਰ ਕੋਈ ਨਹੀਂ ਹੈ, ਉਹਦੇ ਚਰਨਾਂ ਵਿੱਚ ਹੀ ਰਹਿਣਾ ਹੈ। ਜਿਸ ਮਨ ਬਸੈ, ਇਹਨੂੰ ਬਸੇ ਨਹੀਂ ਪੜਨਾ, ਬਸੈ, ਜਿਸ ਮਨ ਬਸੈ ਸੋ ਹੋਤ ਨਿਹਾਲ। ਨਿਹਾਲ ਦਾ ਮਤਲਬ ਖਿੜ ਆਉਣਾ, ਚੜ੍ਹਦੀ ਕਲਾ ਵਿੱਚ ਖੁਸ਼ ਹੋ ਜਾਣਾ, ਪ੍ਰਸੰਨ ਹੋ ਜਾਣਾ। ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਵਸਦਾ ਹੈ ਨਾ, ਉਹ ਨਿਹਾਲ ਹੋ ਜਾਂਦਾ ਹੈ, ਉਹਦਾ ਹਿਰਦਾ ਫੁੱਲ ਦੀ ਤਰ੍ਹਾਂ ਖਿੜ ਜਾਂਦਾ ਹੈ, ਉਹਦੇ ਅੰਦਰ ਖੇੜਾ ਆ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ, ਜੋ ਰੱਬ ਦੇ ਪਿਆਰੇ ਨੇ, ਰੱਬੀ ਰਜ਼ਾ ਵਿੱਚ ਤੁਰਨ ਵਾਲੇ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਦਾ ਵਿਗਾਸਤਾ ਹੈ, ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਖੇੜਾ ਹੈ, ਪ੍ਰਸੰਨਤਾ ਹੈ, ਆਨੰਦ ਮੰਗਲ ਹੈ। ਜਿਹਦੇ ਹਿਰਦੇ ਵਿੱਚ, ਹਿਰਦੇ ਦਾ ਮਤਲਬ ਮੈਂਟੈਲਿਟੀ, ਮਾਨਸਿਕਤਾ, ਸੋਚ, ਜਿਹਦੇ ਹਿਰਦੇ ਵਿੱਚ ਰੱਬ ਵਸ ਜਾਂਦਾ, ਉਹ ਨਿਹਾਲ ਹੋ ਜਾਂਦਾ, ਉਹਦੇ ਜੀਵਨ ਵਿੱਚ ਖੇੜਾ ਆ ਜਾਂਦਾ। ਤੇ ਰੱਬ ਵਸਣ ਦਾ ਮਤਲਬ ਕੀ ਹੈ ਜੀ? ਰੱਬ ਦੇ ਗੁਣਾਂ ਦਾ ਵਸ ਜਾਣਾ। ਜਿਹਦੀ ਸੋਚ ਦੇ ਅੰਦਰ ਰੱਬ ਦੇ ਗੁਣ ਵਸ ਜਾਂਦੇ ਨੇ, ਉਹ ਇਨਸਾਨ ਦੀ ਜ਼ਿੰਦਗੀ ਵਿੱਚ ਖੇੜਾ ਆ ਜਾਂਦਾ, ਖੁਸ਼ੀਆਂ ਆ ਜਾਂਦੀਆਂ ਨੇ, ਉਹ ਨਿਹਾਲ ਹੋ ਜਾਂਦਾ। ਤਾਕੈ ਨਿਕਟ ਨਾ ਆਵਤ ਕਾਲ, ਤਾਕੈ ਨਿਕਟ, ਇੱਥੇ ਵਿਸ਼ਰਾਮ ਲਾਵਾਂਗੇ। ਤਾਕੈ ਨਿਕਟ ਨਾ ਆਵਤ ਕਾਲ, ਕਾਲ ਦਾ ਮਤਲਬ ਮੌਤ। ਉਸ ਬੰਦੇ ਦੇ ਨੇੜੇ ਆਤਮਿਕ ਮੌਤ ਨਹੀਂ ਆਉਂਦੀ, ਉਸ ਬੰਦੇ ਦੇ ਨਜ਼ਦੀਕ ਆਤਮਿਕ ਮੌਤ ਨਹੀਂ ਹੁੰਦੀ, ਉਹ ਆਤਮਿਕ ਮੌਤ ਤੇ ਨਹੀਂ ਮਰਦਾ। ਤੇ ਇਸ ਬਾਰੇ ਅਸੀਂ ਖੁੱਲੀ ਵਿਚਾਰ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ ਕਿ ਆਤਮਿਕ ਮੌਤ ਕੀ ਹੈ? ਇਨਸਾਨੀਅਤ ਦਾ ਮਰ ਜਾਣਾ। ਜਦੋਂ ਅਸੀਂ ਚੋਰੀ ਕਰਦੇ ਹਾਂ
ਤਾਂ ਅੰਦਰੋਂ ਇਨਸਾਨੀਅਤ ਮਰਦੀ ਏ ਤਾਂ ਹੀ ਬੰਦਾ ਚੋਰੀ ਕਰੇਗਾ ਨਾ। ਜਦੋਂ ਅਸੀਂ ਈਰਖਾ ਕਰਕੇ, ਕਿਸੇ ਦੀ ਚੁਗਲੀ ਕਰਕੇ, ਨਿੰਦਾ ਕਰਕੇ, ਅਫਵਾਹਾਂ ਫੈਲਾ ਕੇ ਕਿਸੇ ਨੂੰ ਦੁਖੀ ਕਰਦੇ ਹਾਂ, ਤਾਂ ਉਦੋਂ ਅਸਲ ਦੇ ਅੰਦਰ ਬੰਦੇ ਦੀ ਜ਼ਮੀਰ ਮਰ ਗਈ ਹੁੰਦੀ ਹੈ, ਉਹਦੀ ਆਤਮਿਕ ਮੌਤ ਹੋ ਗਈ ਹੁੰਦੀ ਹੈ, ਉਹਦੇ ਅੰਦਰੋਂ ਇਨਸਾਨੀਅਤ ਗੁਆਚ ਚੁੱਕੀ ਹੁੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰਭੂ ਵਸ ਜਾਂਦਾ ਨਾ, ਉਸ ਬੰਦੇ ਦੇ ਨਜ਼ਦੀਕ ਫਿਰ ਆਤਮਿਕ ਮੌਤ ਨਹੀਂ ਆਉਂਦੀ, ਉਹਦੇ ਅੰਦਰੋਂ ਇਨਸਾਨੀਅਤ ਕਦੇ ਵੀ ਨਹੀਂ ਮਰਦੀ। ਤੇ ਗੁਰੂ ਜੀ ਸਾਨੂੰ ਇਨਸਾਨੀਅਤ ਵਾਲੀ ਜ਼ਿੰਦਗੀ ਦੇਣਾ ਚਾਹੁੰਦੇ ਨੇ। ਜਦੋਂ ਬੰਦਾ ਚੋਰੀ ਕਰਦਾ ਹੈ ਨਾ, ਉਦੋਂ ਇਨਸਾਨੀਅਤ ਮਰ ਜਾਂਦੀ ਹੈ। ਜਦੋਂ ਬੰਦਾ ਬੇਗਾਨੀ ਧੀ ਭੈਣ ਵੱਲ ਮਾੜੀ ਨਜ਼ਰ ਨਾਲ ਵੇਖਦਾ, ਇਨਸਾਨੀਅਤ ਮਰ ਜਾਂਦੀ ਹੈ। ਤੇ ਅੱਜ ਕਿਵੇਂ ਬਹੁ ਗਿਣਤੀ ਦੇ ਵਿੱਚੋਂ ਇਨਸਾਨੀਅਤ ਮਰ ਚੁੱਕੀ ਹੈ। ਕਿਤੇ ਈਰਖਾ, ਦਵੈਸ਼, ਵੈਰ ਵਿਰੋਧ, ਲੜਾਈਆਂ, ਦੰਗੇ, ਧਰਮ ਦੇ ਨਾਮ ਦੇ ਉੱਤੇ ਸਾਰਾ ਕੁਝ ਉਹ ਹੀ ਹੈ ਨਾ ਜਿਹੜੇ ਆਤਮਿਕ ਮੌਤ ਤੇ ਮਰ ਗਏ ਨੇ। ਤਾਂ ਉਹ ਬੰਦਾ ਆਤਮਿਕ ਮੌਤ ਤੇ ਨਹੀਂ ਮਰਦਾ। ਅਮਰ ਭਏ ਅਮਰਾ ਪਦ ਪਾਇਆ, ਉਹ ਇਨਸਾਨ ਅਮਰ ਹੋ ਜਾਂਦੇ ਨੇ ਔਰ ਉਹ ਅਮਰਾ ਪਦ ਪਾ ਲੈਂਦੇ ਨੇ, ਅਮਰ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਨੇ। ਅਮਰ ਭੈ ਦਾ ਮਤਲਬ ਇਹ ਨਹੀਂ ਕਿ ਉਹ ਸਰੀਰ ਕਰਕੇ ਨਹੀਂ ਮਰਦੇ। ਦੇਖੋ, ਸਰੀਰ ਕਰਕੇ ਸਾਰਿਆਂ ਨਹੀਂ ਮਰ ਜਾਣਾ ਹੈ 4 ਦਿਨ ਅੱਗੇ ਪਿੱਛੇ। ਹੋ ਸਕਦਾ ਕੋਈ 100 ਸਾਲ ਜੀ ਲਵੇ, 150 ਸਾਲ ਜੀ ਲਵੇ, ਹੋ ਸਕਦਾ ਅੱਗੇ ਹੁਣ ਜਿਵੇਂ ਸਾਇੰਸ ਖੋਜਾਂ ਕਰ ਰਹੀ ਹੈ ਤੇ ਕੋਈ ਬੰਦਾ 500 ਸਾਲ ਵੀ ਜੀ ਲਵੇ, ਪਰ ਮਰਨਾ ਤੇ ਫਿਰ ਵੀ ਆਖਿਰ ਪੈਣਾ ਨਾ। ਬਾਬਾ ਫਰੀਦ ਜੀ ਕਹਿੰਦੇ ਨੇ, ਜੇ 100 ਵਰਿਆਂ ਜੀਵਣਾ, ਜੇ ਸੈਂਕੜੇ ਸਾਲ ਲੰਮੀ ਉਮਰ ਮਰ ਜਾਏ, ਭੀਤਨ ਹੋ ਸਿੱਖੇ, ਮਰਨਾ ਤੇ ਫਿਰ ਵੀ ਪੈਣਾ। ਇੱਥੇ ਅਮਰ ਹੋਣ ਦਾ ਮਤਲਬ ਹੈ ਕਿ ਉਹਨਾਂ ਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ, ਅਮਰ ਹੋ ਜਾਂਦੇ ਨੇ। ਉਹ ਸਭ ਤੋਂ ਉੱਚਾ ਦਰਜਾ ਹਾਸਲ ਕਰ ਲੈਂਦੇ ਨੇ। ਜੀਵਨੋਂ ਮੈਂ ਜੀਵਨ ਪਾਇਆ, ਉਹ ਜੀਵਨ ਪਾ ਲੈਂਦੇ ਨੇ ਤੇ ਰਹਿੰਦੀ ਦੁਨੀਆ ਤੱਕ ਫਿਰ ਉਹਨਾਂ ਦਾ ਨਾਮ ਰਹਿੰਦਾ ਹੈ। ਹੁਣ ਅਸੀਂ ਦੇਖਦੇ ਹਾਂ ਅਰਦਾਸ ਵਿੱਚ, ਰੋਜ਼ ਅਸੀਂ ਅਰਦਾਸ ਕਰਦੇ ਹਾਂ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਦਾ ਨਾਮ ਲੈ ਕੇ। ਤਾਂ ਜਦੋਂ ਤੱਕ ਦੁਨੀਆ ਰਹੇਗੀ ਉਹਨਾਂ ਦਾ ਨਾਮ ਅਮਰ ਰਹੇਗਾ। ਗੁਰੂ ਸਾਹਿਬਾਨ ਨੇ, ਛੋਟੇ ਸਾਹਿਬਜ਼ਾਦੇ ਨੇ, ਜਾਂ ਹੋਰ ਜਿਨ੍ਹਾਂ ਨੇ ਘਾਲਣਾ ਘਾਲੀਆਂ ਨੇ, ਜਦੋਂ ਤੱਕ ਦੁਨੀਆ ਰਹੇਗੀ ਉਹਨਾਂ ਦਾ ਨਾਮ ਰਹੇਗਾ। ਜਿਹੜੇ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਕੇ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ। ਤਾਂ ਅਸੀਂ ਵੀ ਅਮਰ ਹੋਣਾ ਹੈ। ਗੁਰੂ ਜੀ ਸਾਨੂੰ ਅਮਰ ਕਰਨਾ ਚਾਹੁੰਦੇ ਨੇ। ਸਾਡੇ ਅੰਦਰੋਂ ਇਨਸਾਨੀਅਤ ਨਾ ਮਰੇ। ਰੰਚਕ ਮਾਤਰ ਵਾਸਤੇ ਵੀ ਇਨਸਾਨੀਅਤ ਨਾ ਮਰੇ। ਮਰਨੰ ਬਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣੇ। ਜੀਵਨ ਹੈ ਹੀ ਸੱਚ ਦੇ ਨਾਲ ਜੁੜ ਕੇ ਜੀਣਾ, ਤੇ ਮੌਤ ਹੈ ਹੀ ਸੱਚ ਦਾ ਤਿਆਗ ਕਰ ਦੇਣਾ। ਸਾਧ ਸੰਗ ਨਾਨਕ ਹਰ ਧਿਆਇਆ। ਹੁਣ ਕੌਣ ਹੋਏ ਨੇ ਅਮਰ? ਕਿੰਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ? ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਰੱਬ ਨੂੰ ਆਪਣੇ ਧਿਆਨ ਦੇ ਅੰਦਰ ਵਸਾਇਆ ਹੈ। ਰੱਬੀ ਗੁਣਾਂ ਨੂੰ, ਰੱਬ ਦੇ ਹੁਕਮ ਨੂੰ ਜਿਨ੍ਹਾਂ ਨੇ ਆਪਣੇ ਧਿਆਨ ਵਿੱਚ ਵਸਾਇਆ ਹੈ, ਜਿਨ੍ਹਾਂ ਨੇ ਆਪਣੇ ਧਿਆਨ ਦਾ ਕੇਂਦਰ ਰੱਬੀ ਗੁਣਾਂ ਨੂੰ ਵਸਾਇਆ ਬਣਾਇਆ ਹੈ, ਉਹ ਇਨਸਾਨ ਅਮਰ ਹੋ ਜਾਂਦੇ ਨੇ। ਉਹ ਕਦੇ ਮਰਦੇ ਨਹੀਂ, ਉਹਨਾਂ ਦੀ ਆਤਮਿਕ ਮੌਤ ਨਹੀਂ ਹੁੰਦੀ। ਤਾਂ ਦੇਖੋ, ਸਾਡੇ ਕੋਲ ਕਿੰਨਾ ਆਸਾਨ ਕੰਮ, ਸੌਖਾ ਤਰੀਕਾ ਕਿ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਅਸੀਂ ਅਮਰ ਹੋ ਸਕਦੇ ਹਾਂ ਨਾ। ਗੁਰੂ ਚਰਨਾਂ ਦੀ ਸ਼ਰਨ ਲੈਣ ਦਾ ਮਤਲਬ ਹੀ ਇਹ ਹੈ ਕਿ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ। ਜਿਹੜੇ 6 ਕੰਮ ਅਸੀਂ ਗਿਣਦੇ ਹਾਂ, ਉਹ 6 ਕੰਮ ਗੁਰਬਾਣੀ ਅਨੁਸਾਰ ਕਰ ਲਓ ਤਾਂ ਅਮਰ ਹੋ ਗਏ, ਆਤਮਿਕ ਮੌਤ ਤੋਂ ਬਚ ਗਏ। ਕੰਮ ਬਹੁਤ ਸੌਖਾ ਹੈ। ਚੰਗੀ ਜ਼ਿੰਦਗੀ ਜੀਣੀ ਬੜੀ ਆਸਾਨ ਹੈ, ਰਾਸਤਾ ਬਿਲਕੁਲ ਆਸਾਨ ਹੈ। ਲੇਕਿਨ ਕਿਉਂਕਿ ਇੱਕ ਤਾਂ ਸਾਡਾ ਪ੍ਰਚਾਰ ਇਸ ਢੰਗ ਦੇ ਨਾਲ ਹੋਇਆ ਕਿ ਹਰ ਇਨਸਾਨ ਨੇ ਕਿਹਾ ਹੀ ਇਹ ਕਿ ਬੜਾ ਔਖਾ ਹੈ, ਇਹੋ ਜਿਹੀ ਜ਼ਿੰਦਗੀ ਜੀ ਵੀ ਨਹੀਂ ਜਾ ਸਕਦੀ। ਅਸੀਂ ਸੁਣਦੇ ਔਰ ਕਹਿੰਦੇ ਹੀ ਇਹ ਹਾਂ ਜੀ, ਇਹ ਦੁਨੀਆ ਬੜੀ ਮਾੜੀ ਹੈ, ਕਲਯੁਗ ਆ ਗਿਆ ਹੈ, ਇੱਥੇ ਕੋਈ ਕਿਸੇ ਦਾ ਨਹੀਂ, ਇਹ ਦੁਨੀਆ ਪਾਪਾਂ ਵਿਕਾਰਾਂ ਦੇ ਨਾਲ ਭਰੀ ਪਈ ਹੈ, ਇੱਥੇ ਕਿਸੇ ਦਾ ਕੋਈ ਵਿਸ਼ਵਾਸ ਨਹੀਂ ਹੈਗਾ, ਦੂਜਾ ਤੀਜਾ। ਹੁਣ ਜਦੋਂ ਹਰ ਟਾਈਮ ਰਿਪੀਟ ਹੀ ਇਹ ਕਰਾਂਗੇ, ਸੁਣਾਂਗੇ ਹੀ ਇਹ, ਸਾਡੇ ਅੰਦਰ ਜਾ ਹੀ ਇਹ ਰਿਹਾ ਹੈ, ਤਾਂ ਫਿਰ ਸਾਡਾ ਉਧਾਰ ਕਿਵੇਂ ਹੋਏਗਾ? ਨੰਬਰ 2, ਜਦੋਂ ਅਸੀਂ ਗੁਰੂ ਨੂੰ ਛੱਡ ਕੇ ਬਾਬਿਆਂ ਦੇ ਪਿੱਛੇ ਭੱਜਾਂਗੇ, ਇੱਥੇ ਅਸੀਂ ਸਾਧ ਸੰਗ ਨਾਨਕ ਹਰ ਧਿਆਇਆ, ਗੁਰੂ ਦੇ ਦੱਸੇ ਰਾਹ ਤੇ ਤੁਰਨਾ ਸੀ, ਗਿਆਨ ਗੁਰੂ ਦੀ ਅਗਵਾਈ ਲੈਣੀ ਸੀ। ਤੇ ਜਦੋਂ ਅਗਵਾਈ ਲਵਾਂਗੇ ਜੋਤਸ਼ੀਆਂ ਦੀ, ਵੀ ਨਾਰੀਅਲ ਨਹਿਰ ਵਿੱਚ ਸੁੱਟੋ, ਸ਼ਨੀਵਾਰ ਨੂੰ ਛੋਲੇ ਲੈ ਜਾਓ ਗੁਰਦੁਆਰੇ, ਮੰਦਿਰ, ਮਸੀਤ ਵਿੱਚ। ਬੰਦਾ ਪੁੱਛੇ ਵੀ ਏਡਾ ਵੱਡਾ ਸ਼ਨੀ ਗ੍ਰਹਿ ਪਾਇਆ ਛੋਲਿਆਂ ਦੇ ਨਾਲ ਅੱਗੇ ਪਿੱਛੇ ਹੋ ਜਾਏਗਾ।
ਸ਼ਨੀਵਾਰ ਨੂੰ ਤੇਲ ਪਾ ਆਓ, ਜਿਵੇਂ ਕਿਤੇ ਸ਼ਨੀ ਗ੍ਰਹਿ ਦਾ ਸਾਈਕਲ ਦਾ ਜਿਹੜਾ ਚੈਨ ਹੈ ਉਹ ਬੜਾ ਔਖਾ ਜਿਹਾ ਹੋ ਗਿਆ, ਤੇ ਚੈਨ ਦੇ ਉੱਤੇ ਤੇਲ ਦੇਗਾ ਤੇ ਸਾਈਕਲ ਸੌਖਾ ਚੱਲਣ ਲੱਗ ਜਾਏਗਾ, ਬੈਰਿੰਗ ਤੇ ਤੇਲ ਪਾਣਾ। ਸਾਨੂੰ ਹੁਣ ਗਾਈਡੈਂਸ ਕਾਹਦੀ ਮਿਲ ਰਹੀ ਹੈ? ਅਸੀਂ ਕਰ ਕੀ ਰਹੇ ਹਾਂ? ਅਸੀਂ ਕਰ ਰਹੇ ਹਾਂ ਵੀ ਤੀਰਥਾਂ ਤੇ ਨਹਾ ਕੇ ਸ਼ਾਇਦ ਸਾਡਾ ਪਾਰ ਉਤਾਰਾ ਹੋ ਜਾਏ। ਅਸੀਂ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਖੀਰ ਕੜਾ ਖਵਾ ਕੇ। ਸਾਧ ਸੰਗ ਨਾਨਕ ਹਰ ਤੇ ਆਇਆ, ਗੁਰੂ ਦੇ ਦੱਸੇ ਰਾਹ ਤੇ ਚੱਲਣਾ ਸੀ। 6 ਕੰਮ ਕਿੰਨਾ ਸੌਖਾ ਕੰਮ। ਤਾਂ ਗੁਰੂ ਜੀ ਕਹਿੰਦੇ ਨੇ ਉਹ ਅਮਰ ਹੋ ਜਾਂਦੇ ਨੇ, ਉਹਨਾਂ ਦੇ ਅੰਦਰੋਂ ਆ ਹੁੰਦੀ ਜਿਹੜੇ ਇਨਸਾਨ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ। ਅਗਲਾ 23ਵਾਂ ਸ਼ਲੋਕ 23ਵੀਂ ਅਸ਼ਟਪਦੀ ਤੋਂ ਪਹਿਲਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਤਾਂ ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਗਿਆਨ ਅੰਜਨ ਗੁਰ ਦੀਆ। ਅੰਜਨ ਦਾ ਮਤਲਬ ਸੁਰਮਾ, ਗਿਆਨ ਦਾ ਸੁਰਮਾ। ਜਿਸ ਮਨੁੱਖ ਨੂੰ ਸਤਿਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ, ਇੱਥੇ ਗਿਆਨ ਦੇ ਨੰਨੇ ਥੱਲੇ ਔਂਕੜ ਨਹੀਂ ਹੈ, ਅੰਜਨ ਦੇ ਨੰਨੇ ਥੱਲੇ ਔਂਕੜ ਹੈ, ਜਿਸ ਦਾ ਮਤਲਬ ਗਿਆਨ ਦਾ ਸੁਰਮਾ। ਗੁਰ ਦੇ ਰਾਰੇ ਨਾਲ ਸਿਹਾਰੀ ਗੁਰੂ ਨੇ, ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ, ਅਗਿਆਨ ਅੰਧੇਰ ਵਿਨਾਸ਼, ਉਸ ਮਨੁੱਖ ਦੀ ਜ਼ਿੰਦਗੀ ਚੋਂ ਅਗਿਆਨ ਰੂਪ ਹਨੇਰੇ ਦਾ ਵਿਨਾਸ਼ ਹੋ ਗਿਆ। ਉਹਦੇ ਜੀਵਨ ਵਿੱਚ ਅਗਿਆਨਤਾ ਨਹੀਂ ਰਹੀ। ਹੁਣ ਗੁਰੂ ਗਿਆਨ ਦਾ ਸੁਰਮਾ ਕਿਹਨੂੰ ਦੇਵੇਗਾ? ਜੋ ਗੁਰੂ ਦੇ ਚਰਨਾਂ ਵਿੱਚ ਜਾਏਗਾ। ਔਰ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਸਾਨੂੰ ਗਿਆਨ ਦੇ ਨਾਲ ਅਸੀਂ ਇਸ ਦੁਨੀਆ ਨੂੰ ਵੇਖਣਾ ਹੈ, ਗਿਆਨ ਨਾਲ ਅਸੀਂ ਇਸ ਦੁਨੀਆ ਨੂੰ ਵੇਖਣਾ ਹੈ, ਗਿਆਨ ਦੇ ਨਾਲ ਅਸੀਂ ਫੈਸਲੇ ਲੈਣੇ ਨੇ, ਤੇ ਲਏ ਹੋਏ ਫੈਸਲੇ ਹੀ ਸਾਡੇ ਦੁੱਖ ਔਰ ਸੁੱਖ ਦਾ ਕਾਰਨ ਬਣਨਗੇ। ਸੁਰਮਾ ਲੋਕੀ ਕਿਉਂ ਪਾਉਂਦੇ ਨੇ? ਕੁਛ ਤੇ ਟਮਕਾਣ ਲਈ ਪਾਉਂਦੇ ਨੇ, ਤੇ ਕੁਛ ਲੋਕ ਅੱਖਾਂ ਦੀ ਨਜ਼ਰ ਠੀਕ ਕਰਨ ਲਈ ਪਾਉਂਦੇ ਨੇ। ਅੱਜ ਕੱਲ ਤਾਂ ਬਹੁਤ ਸਾਰੀਆਂ ਦਵਾਈਆਂ ਨੇ, ਲੇਕਿਨ ਪਹਿਲਾਂ ਲੋਕ ਆਮ ਸੁਰਮਾ ਹੀ ਪਾਉਂਦੇ ਸਨ, ਤੇ ਅੱਜ ਵੀ ਸੁਰਮੇ ਦੀ ਮਹਾਨਤਾ ਉਨੀ ਹੀ ਹੈ। ਸੁਰਮਾ ਇਸ ਕਰਕੇ ਪਾਇਆ ਜਾਂਦਾ ਅੱਖਾਂ ਦੇ ਅੰਦਰ ਕਿ ਮੇਰੀ ਅੱਖਾਂ ਦੀ ਜਿਹੜੀ ਨਜ਼ਰ ਹੈ ਉਹ ਠੀਕ ਰਹੇ। ਤੇ ਜੇ ਅਸੀਂ ਕਿਸੇ ਡਾਕਟਰ ਦੇ ਕੋਲ ਜਾਈਏ ਨਾ, ਤੇ ਅਸੀਂ ਉਸ ਡਾਕਟਰ ਕੋਲ ਜਾਵਾਂਗੇ ਜਿਹੜਾ ਆਈ ਸਪੈਸ਼ਲਿਸਟ ਚੰਗਾ ਹੋਵੇ, ਉਹਦੇ ਕੋਲ ਅਸੀਂ ਵਿਖਾਵਾਂਗੇ ਅੱਖਾਂ। ਮੈਂ ਪਹਿਲਾਂ ਤੁਹਾਨੂੰ ਇਹ ਗੱਲ ਸੁਣਾ ਚੁੱਕਾ ਕਿ ਵੀਰ ਜੀ ਦਿਲਬਾਗ ਸਿੰਘ ਜੀ ਨੇ, ਭਾਈ ਸਾਹਿਬ ਕਰਨਾਲ ਇੱਕ ਰਾਗੀ ਸਿੰਘ ਨੇ, ਬਹੁਤ ਚੰਗੇ ਨੇ, ਬੜੀ ਬਾਣੀ ਉਹਨਾਂ ਨੂੰ ਯਾਦ, ਬੜਾ ਚੰਗਾ ਜੀਵਨ, ਬੜਾ ਮਿੱਠਾ ਪਿਆਰਾ ਕੀਰਤਨ ਕਰਦੇ ਨੇ, ਬੜੇ ਚੰਗੇ ਇਨਸਾਨ ਨੇ, ਪਰ ਅੱਖਾਂ ਨਹੀਂ। ਤੇ ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਵੀਰੇ ਇਹ ਅੱਖਾਂ ਸ਼ੁਰੂ ਤੋਂ ਇਸ ਤਰ੍ਹਾਂ ਸਨ ਕਿ ਬਾਅਦ ਵਿੱਚ ਪਾਣਾ ਵਰਤਿਆ? ਕਹਿਣ ਲੱਗੇ ਭਾਈ ਸਾਹਿਬ ਪਾਣਾ ਬਾਅਦ ਵਿੱਚ ਹੀ ਵਰਤਿਆ। ਮੈਂ 7-8 ਸਾਲ ਦਾ ਸਾਂ, ਅੱਖਾਂ ਖਰਾਬ ਹੋਈਆਂ ਸਨ, ਤੇ ਮੇਰੀ ਮਾਤਾ ਮੈਨੂੰ ਲੈ ਗਈ ਪਿੰਡ ਦੇ ਡਾਕਟਰ ਕੋਲ। ਅੱਜ ਤੋਂ ਕਰੀਬ 50 ਸਾਲ ਪਿੱਛੇ ਦੀ ਗੱਲ ਹੈ, 40-50 ਸਾਲ। ਤੇ ਉਹ ਡਾਕਟਰ ਦਾ ਵੀ ਅੱਗੋਂ ਕੰਪਾਊਂਡਰ ਸੀ। ਇੱਕ ਪਿੰਡਾਂ ਦੇ ਜਿਹੜੇ ਡਾਕਟਰ ਨੇ ਉਹਨਾਂ ਬਾਰੇ ਤੁਹਾਨੂੰ ਪਤਾ ਹੀ ਹੈ, ਤੇ 50 ਸਾਲ ਪਹਿਲਾਂ ਕਿਵੇਂ ਦੇ ਹੋਣਗੇ। ਉਹ ਕਹਿਣ ਲੱਗਾ ਉਹਨਾਂ ਨੇ 2 ਬੂੰਦਾਂ ਮੇਰੀਆਂ ਅੱਖਾਂ ਦੇ ਵਿੱਚ ਦਵਾਈ ਪਾਈ, ਤੇ ਮੇਰੀਆਂ ਅੱਖਾਂ ਸਦਾ ਲਈ ਚਲੀਆਂ ਗਈਆਂ, ਕਿਉਂਕਿ ਗਲਤੀ ਨਾਲ ਉਹਨੇ ਤੇਜ਼ਾਬ ਪਾ ਦਿੱਤਾ ਇੱਕ ਬੂੰਦ। ਹੁਣ ਅੱਖਾਂ ਸਦਾ ਲਈ ਖਤਮ ਹੋ ਗਈਆਂ ਨਾ। ਜਾਣਾ ਤੇ ਇਸ ਕਰਕੇ ਸੀ ਕਿ ਅੱਖਾਂ ਨਾਲ ਦੁਨੀਆ ਦਿਸਦੀ, ਪਰ ਇੱਕ ਬੰਦੇ ਦੀ ਗਲਤੀ ਨੇ ਅੱਖਾਂ ਸਾਰੀ ਜ਼ਿੰਦਗੀ ਵਾਸਤੇ ਹੀ ਬੰਦ ਕਰ ਦਿੱਤੀਆਂ। ਗੁਰੂ ਦੇ ਕੋਲ ਅਸੀਂ ਜਾਣਾ ਹੈ, ਜਿਸ ਕਰਕੇ ਸਾਨੂੰ ਇਸ ਸੰਸਾਰ ਵਿੱਚ ਰੱਬ ਦਿਸੇ, ਸਾਨੂੰ ਸੰਸਾਰ ਦਾ ਸਹੀ ਰਾਸਤਾ ਦਿਸੇ, ਤੇ ਅਸੀਂ ਕਿਸੇ ਇਹੋ ਜਿਹੇ ਦੇਹਧਾਰੀ ਗੁਰੂ ਦੇ ਕੋਲ ਚਲੇ ਗਏ ਜਿਹੜਾ ਸੁਰਮੇ ਦੀ ਥਾਂ ਤੇ ਤੇਜ਼ਾਬ ਪਾ ਦੇਗਾ, ਤੇ ਸਾਨੂੰ ਆਪਣੀ ਜ਼ਿੰਦਗੀ ਵੀ ਨਹੀਂ ਦਿਸਣੀ। ਸਾਡੀਆਂ ਅੱਖਾਂ ਵਿੱਚ ਯਾਨੀ ਮਨ ਬੁੱਧੀ ਦੇ ਅੰਦਰ ਕਰਮ ਕਾਂਡ ਪਾ ਦਿੱਤੇ, ਔਰ ਉਹਨਾਂ ਕਰਮਾਂ ਕਾਂਡਾਂ ਦੇ ਅੰਦਰ ਐਸਾ ਉਲਝੇ ਲੋਕਾਂ ਨੂੰ ਧਰਮ ਦਾ ਰਾਸਤਾ ਦਿਸ ਹੀ ਨਹੀਂ ਰਿਹਾ। ਧਰਮ ਦੇ ਨਾਮ ਦੇ ਉੱਤੇ ਕਤਲਾਮ ਹੋ ਰਿਹਾ ਹੈ, ਧਰਮ ਦੇ ਨਾਮ ਤੇ ਖੂਨ ਵਹਾਇਆ ਜਾ ਰਿਹਾ, ਭਰਾ ਭਰਾਵਾਂ ਦਾ ਕਤਲ ਕਰ ਰਹੇ ਨੇ, ਭਰਾ ਭਰਾਵਾਂ ਦੀਆਂ ਪੱਗਾਂ ਲਾ ਰਹੇ ਨੇ। ਤੁਸੀਂ ਦੇਖ ਲਓ ਹਰ ਧਰਮ ਮਜ਼ਹਬ ਦੇ ਵਿੱਚ, ਇਸਲਾਮ ਵਿੱਚ ਨੇ ਸ਼ੀਆ ਸੁੰਨੀ ਵੀਰ ਨੇ, ਉਹਨਾਂ ਦੀ ਆਪਸ ਚ ਨਹੀਂ ਤਾਲਮੇਲ ਬਹਿੰਦਾ ਵਿਚਾਰਾਂ ਦਾ। ਈਸਾਈ ਨੇ ਪ੍ਰੋਟੈਸਟੈਂਟੀ ਔਰ ਕੈਥੋਲਿਕ, ਇਹਨਾਂ ਦਾ ਵਿਚਾਰਕ ਮਤਭੇਦ ਹੈ। ਜੈਨੀਆਂ ਬੋਧੀਆਂ ਵਿੱਚ ਵੀ ਹਾਲ, ਤੇ ਸਿੱਖਾਂ ਦਾ ਤੇ ਤੋਬਾ ਮੇਰੇ ਖੁਦਾ, ਤੁਹਾਨੂੰ ਪਤਾ ਹੀ ਸਾਰਾ। ਤਾਂ ਗੁਰੂ ਤੋਂ ਲੈਣੀ ਸੀ ਅਗਵਾਈ, ਗਿਆਨ ਅੰਜਨ ਗੁਰ ਦੀਆ। ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤ ਦੇ ਦਿੱਤੀ, ਉਹਨਾਂ ਦੀ ਜ਼ਿੰਦਗੀ ਚੋਂ ਹਨੇਰਾ ਖਤਮ ਹੋ ਗਿਆ, ਉਹਨਾਂ ਨੂੰ ਸਮਝ ਆ ਗਈ ਅਸਲੀਅਤ ਦੀ। ਇਸ ਲਈ ਮੈਂ ਬਾਰ-ਬਾਰ ਇਹ ਬੇਨਤੀ ਕਰ ਰਿਹਾ ਕਿ ਗੁਰਬਾਣੀ ਯੂਨੀਵਰਸਲ ਟਰੁਥ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਜਾਂ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਅਸੀਂ ਗੁਰਬਾਣੀ ਦੇ ਤਲ ਦੇ ਉੱਤੇ ਜੀਣਾ ਹੈ। ਗੁਰਬਾਣੀ ਸਾਡਾ ਆਧਾਰ ਹੈ। ਗੁਰਬਾਣੀ ਤੋਂ ਅਸਾਂ ਗਿਆਨ ਲੈਣਾ ਹੈ। ਗੁਰਬਾਣੀ ਦੀ ਅਗਵਾਈ ਵਿੱਚ ਜ਼ਿੰਦਗੀ ਜੀਣੀ ਹੈ। ਜੇ ਸਾਡੇ ਕੁਝ ਸਾਖੀਆਂ ਕਹਾਣੀਆਂ ਨੇ, ਉਹਨਾਂ ਨੂੰ ਗੁਰਬਾਣੀ ਦੇ ਚਾਨਣੇ ਵਿੱਚ ਪਰਖਣਾ ਹੈ। ਗੁਰੂ ਜੋ ਕਹਿ ਰਿਹਾ ਹੈ, ਗੁਰੂ ਅਭੁੱਲ ਹੈ, ਹੋਰ ਕੋਈ ਵੀ ਬੰਦਾ ਭੁੱਲ ਕਰ ਸਕਦਾ ਹੈ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਇੱਥੇ ਸੰਤ ਦਾ ਮਤਲਬ ਹੈ ਗੁਰੂ, ਜਿਹਨੂੰ ਪਹਿਲੀ ਪੰਕਤੀ ਵਿੱਚ ਕਹਿ ਰਹੇ ਨੇ ਗਿਆਨ ਅੰਜਨ ਗੁਰ ਦੀਆ। ਜਿਹਨੂੰ ਪਹਿਲੀ ਪੰਕਤੀ ਵਿੱਚ ਗੁਰ ਕਹਿ ਰਹੇ ਨੇ, ਉਹਨੂੰ ਹੀ ਦੂਜੀ ਪੰਕਤੀ ਵਿੱਚ ਸੰਤ ਕਹਿ ਰਹੇ ਨੇ। ਹਰ ਕਿਰਪਾ ਤੇ ਸੰਤ ਭੇਟਿਆ। ਅਕਾਲ ਪੁਰਖ ਦੀ ਰਹਿਮਤ ਦੇ ਨਾਲ ਜਿਹਨੂੰ ਗੁਰੂ ਮਿਲਦਾ ਹੈ, ਨਾਨਕ ਮਨ ਪ੍ਰਗਾਸ, ਉਹਦੇ ਮਨ ਦੇ ਅੰਦਰ ਗਿਆਨ ਦਾ ਚਾਨਣਾ ਹੋ ਜਾਂਦਾ ਹੈ। ਉਹਦੇ ਮਨ ਵਿੱਚ ਗਿਆਨ ਦਾ ਚਾਨਣਾ ਹੋ ਜਾਂਦਾ ਹੈ, ਜਿਹਨੂੰ ਰੱਬ ਦੀ ਰਹਿਮਤ ਦੇ ਨਾਲ ਗੁਰੂ ਮਿਲ ਪੈਂਦਾ ਹੈ। ਤੇ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਜਿਨ੍ਹਾਂ ਨੇ ਗੁਰੂ ਤੋਂ ਗਿਆਨ ਦੀ ਦਾਤ ਲਈ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀ, ਹੁਣ ਗੁਰੂ ਜੀ ਕਹਿੰਦੇ ਨੇ ਸੰਤ ਸੰਗ ਅੰਤਰ ਪ੍ਰਭ ਡੀਠਾ। ਗੁਰੂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਆਪਣੇ ਅੰਦਰ ਹੀ ਫਿਰ ਅਕਾਲ ਪੁਰਖ ਨੂੰ ਵੇਖ ਲੈਂਦਾ ਹੈ। ਸੰਤ ਸੰਗ ਅੰਤਰ ਪ੍ਰਭ ਡੀਠਾ। ਡੀਠਾ ਦਾ ਮਤਲਬ ਵੇਖਿਆ, ਉਹਨੇ ਫਿਰ ਆਪਣੇ ਅੰਦਰ ਹੀ ਰੱਬ ਨੂੰ ਵੇਖ ਲਿਆ। ਦੇਖੋ, ਇੱਥੇ ਕੋਈ ਸਮਾਧੀ ਲਾਉਣ ਦੀ ਗੱਲ ਨਹੀਂ ਨਾ ਕੀਤੀ, ਨਾ ਮਾਲਾ ਫੇਰਨ ਦੀ ਗੱਲ ਕੀਤੀ ਵੀ ਮਾਲਾ ਫੇਰ ਕੇ ਰੱਬ ਵੇਖ ਲਿਆ, ਸਮਾਧੀ ਲਾ ਕੇ ਵੇਖ ਲਿਆ, ਤੀਰਥਾਂ ਤੇ ਜਾ ਕੇ ਵੇਖ ਲਿਆ, ਜਪ ਤਪ ਸੰਜਮ ਕਰਕੇ ਵੇਖਿਆ ਨਾ। ਜਿਨੇ ਗੁਰੂ ਤੋਂ ਗਿਆਨ ਦੀ ਦਾਤ ਲਈ, ਗਿਆਨ ਦਾ ਮਤਲਬ ਵੇ ਆਫ ਲਾਈਫ, ਉਹਦੇ ਅੰਦਰ ਚਾਨਣਾ ਹੋ ਗਿਆ, ਉਹਨੂੰ ਅਸਲੀਅਤ ਦਾ ਪਤਾ ਲੱਗ ਗਿਆ ਕਿ ਠੀਕ ਕੀ ਇਹ, ਗਲਤ ਕੀ ਇਹ, ਧਰਮ ਕੀ ਅਧਰਮ ਕੀ, ਆਤਮ ਕੀ ਅਨਾਤਮ ਕੀ, ਪੁੰਨ ਕੀ ਪਾਪ ਕੀ, ਹਾਨੀ ਕੀ ਲਾਭ ਕੀ, ਉਹਨੂੰ ਪਤਾ ਲੱਗ ਗਿਆ ਨਾ, ਅਸਲੀਅਤ ਦਾ ਪਤਾ ਲੱਗ ਗਿਆ। ਫਿਰ ਉਹਨੇ ਆਪਣੇ ਹੀ ਅੰਦਰ ਰੱਬ ਨੂੰ ਵੇਖ ਲਿਆ ਕਿ ਮੈਂ ਰੱਬ ਤੋਂ ਵੱਖਰਾ ਨਹੀਂ ਹਾਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਫਿਰ ਉਹਨੂੰ ਅੰਦਰ ਹੀ ਰੱਬ ਦੇ ਗੁਣ ਨਜ਼ਰੀ ਪੈ ਗਏ। ਤੇ ਜਿਨਨੇ ਫਿਰ ਆਪਣੇ ਅੰਦਰ ਉਸ ਰੱਬ ਨੂੰ ਵੇਖ ਲਿਆ, ਰੱਬੀ ਗੁਣਾਂ ਨੂੰ ਵੇਖ ਲਿਆ, ਅਹਿਸਾਸ ਹੋ ਗਿਆ, ਅਸਲੀਅਤ ਦੀ ਪਤਾ ਲੱਗ ਗਿਆ, ਤਾਂ ਨਾਮ ਪ੍ਰਭੂ ਕਾ, ਇੱਥੇ ਵੀ ਰੁਕਾਂਗੇ, ਲਾਗਾ ਮਿੱਠਾ, ਉਹਨੂੰ ਰੱਬ ਦਾ ਨਾਮ ਫਿਰ ਮਿੱਠਾ ਲੱਗਣ ਲੱਗ ਪੈਂਦਾ। ਤੇ ਇਸੇ ਤਰ੍ਹਾਂ ਅਨਮਿਊਟ ਰਹਿੰਦੇ ਹੋਏ ਥੋੜਾ ਜਦੋਂ ਤੁਸੀਂ ਬੋਲੋਗੇ ਤਾਂ ਮੈਨੂੰ ਸਮਝ ਆ ਜਾਏਗੀ ਕਿ ਆਪ ਬੋਲ ਰਹੇ ਹੋ। ਨਾਮ ਪ੍ਰਭੂ ਕਾ ਲਾਗਾ ਮੀਠਾ। ਨਾਮ ਦਾ ਮਤਲਬ ਕੀ ਹੈ ਜੀ? ਹੁਕਮ। ਤਾਂ ਉਹਨੂੰ ਫਿਰ ਰੱਬ ਦਾ ਜਿਹੜਾ ਹੁਕਮ ਹੈ ਨਾ, ਉਹ ਮਿੱਠਾ ਲੱਗਣ ਲੱਗ ਪੈਂਦਾ ਹੈ। ਇਹ ਉਹਦੀ ਨਿਸ਼ਾਨੀ ਹੈ ਜੀਵਨ ਦੀ। ਜਿਨਨੇ ਗੁਰੂ ਦੇ ਗਿਆਨ ਰਾਹੀਂ ਆਪਣੇ ਅੰਦਰ ਵਸਤੇ ਰੱਬੀ ਗੁਣਾਂ ਨੂੰ ਵੇਖ ਲਿਆ, ਉਹਨੂੰ ਰੱਬ ਦੇ ਗੁਣ ਔਰ ਉਹਨੂੰ ਰੱਬ ਦੀ ਰਜ਼ਾ ਫਿਰ ਮਿੱਠੀ ਲੱਗਣ ਲੱਗ ਪੈਂਦੀ ਹੈ, ਪਿਆਰੀ ਲੱਗਣ ਲੱਗ ਪੈਂਦੀ ਹੈ। ਫਿਰ ਉਸ ਰੱਬੀ ਰਜ਼ਾ ਦੇ ਮੁਤਾਬਕ ਜ਼ਿੰਦਗੀ ਜੀਂਦਾ ਹੈ, ਜਿਹਨੂੰ ਰੱਬੀ ਰਜ਼ਾ ਮਿੱਠੀ ਲੱਗਦੀ ਹੈ। ਸਗਲ ਸਮਗਰੀ ਏਕਸ ਕਟ ਮਾਹੇ। ਸਮਗਰੀ, ਇਹਨੂੰ ਸਮਗਰੀ ਨਹੀਂ ਪੜਨਾ, ਮੰਮੇ ਨਾਲ ਲੱਗੀ ਹੋਈ ਸਿਹਾਰੀ ਦੀ ਆਵਾਜ਼ ਥੋੜੀ ਜੀ ਆਏਗੀ। ਔਰ ਗਰੀ ਵੀ ਨਹੀਂ ਕਹਿਣਾ, ਗਰੀ ਕਹਿਣਾ ਹੈ। ਗੱਗੇ ਦੇ ਪੈਰ ਥੱਲੇ ਅੱਧਾ ਰਾਰਾ ਹੈ। ਸਮਗਰੀ, ਸਗਲ ਸਮਗਰੀ ਏਕਸ ਘਟ ਮਾਹੇ। ਏਕਸ ਘਟ ਦਾ ਮਤਲਬ ਇੱਕੋ ਹੀ ਘਟ ਵਿੱਚ, ਇੱਕੋ ਹੀ ਪ੍ਰਭੂ ਵਿੱਚ। ਤਾਂ ਜਗਤ ਦੇ ਸਾਰੇ ਪਦਾਰਥ ਉਸ ਇੱਕ ਪ੍ਰਭੂ ਵਿੱਚ ਹੀ ਲੀਨ ਦਿਸਦੇ ਨੇ। ਏਕਸ ਘਟ ਮਾਹੇ, ਇੱਕ ਰੱਬ ਦੇ ਵਿੱਚ, ਇੱਕ ਰੱਬ ਦੇ ਹੁਕਮ ਵਿੱਚ, ਕਿ ਸਾਰੇ ਦੇ ਸਾਰੇ ਜੋ ਪਦਾਰਥ ਨੇ ਉਹ ਰੱਬ ਦੇ ਵਿੱਚ ਹੀ ਨੇ, ਰੱਬ ਦੇ ਹੁਕਮ ਵਿੱਚ ਹੀ ਨੇ। ਤੇ ਜਦੋਂ ਤੁਸੀਂ ਇਸ ਚੀਜ਼ ਦੀ ਅੱਗੇ ਖੁੱਲੀ ਵਿਆਖਿਆ ਕਰੋਗੇ ਤਾਂ ਸਾਰਾ ਜਿਹੜਾ ਜਗਤ ਹੈ ਨਾ, ਇਹ ਰੱਬ ਦਾ ਹੀ ਤੇ ਰੂਪ ਹੈ। ਰੱਬ ਦਾ ਹੀ ਰੂਪ ਹੈ ਨਾ, ਇੱਕੋ ਹੀ ਪਸਰਿਆ ਹੋਇਆ ਹੈ। ਨਾਨਕ ਏਕੋ ਪਸਰਿਆ, ਦੂਜਾ ਕਹਿ ਦ੍ਰਿਸ਼ਟਾਰ, ਇੱਕ ਹੀ ਪਸਰਿਆ ਹੋਇਆ ਹੈ, ਦੂਜਾ ਕੋਈ ਦਿਸਦਾ ਨਹੀਂ। ਤੇ ਜੇ ਸਾਇੰਸ ਇਹਨੂੰ ਐਕਸਪਲੇਨ ਕਰਨਗੇ ਸਾਇੰਸਦਾਨ, ਤੇ ਉਹ ਕਹਿਣਗੇ ਜਿਹੜੀ ਹੈ એનર્ਜੀ ਹੀ ਮਟੀਰੀਅਲ ਵਿੱਚ ਕਨਵਰਟ ਹੋ ਜਾਂਦੀ ਹੈ, ਤੇ ਮਟੀਰੀਅਲ ਹੀ એનર્ਜੀ ਦਾ ਰੂਪ ਹੋ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੇ ਵੀ ਸਾਰੇ ਪਦਾਰਥ ਨੇ, ਸਾਰੀ ਸਮਗਰੀ ਹੈ, ਇਹ ਸਭ ਇੱਕ ਰੱਬ ਦੇ ਵਿੱਚ ਹੀ ਲੀਨ ਦਿਸਦੇ ਨੇ। ਇਹ ਸਭ ਕੁਝ ਉਸ ਰੱਬੀ ਹੁਕਮ ਦੇ ਵਿੱਚ ਹੈ, ਉਹਦੇ ਤੋਂ ਬਾਹਰ ਨਹੀਂ ਹੈ। ਅਨੇਕ ਰੰਗ ਨਾਨਾ ਦ੍ਰਿਸ਼ਟਾਹੇ। ਦ੍ਰਿਸ਼ਟਾਹੇ ਦਾ ਮਤਲਬ ਦਿਸਦੇ ਨੇ, ਵੇਖਣ ਵਿੱਚ ਆਉਂਦੇ ਨੇ। ਨਾਨਾ ਦਾ ਮਤਲਬ ਕਈ ਕਿਸਮ ਦੇ, ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ ਇੱਕ ਰੱਬ ਤੋਂ ਹੀ ਪੈਦਾ ਹੋਏ ਦਿਸਦੇ ਨੇ। ਕਿ ਇਹਨਾਂ ਰੰਗਾਂ ਤਮਾਸ਼ਿਆਂ ਦੇ ਅੰਦਰ ਇੱਕੋ ਹੀ ਸਮਾਇਆ ਹੋਇਆ ਹੈ, ਇੱਕ ਦੇ ਹੀ
ਇੱਕ ਦੇ ਵਿੱਚੋਂ ਹੀ ਇਹ ਪੈਦਾ ਹੋਏ ਨੇ, ਭਾਵ ਇੱਕ ਹੀ ਸਾਰੇ ਰੰਗ ਤਮਾਸ਼ੇ ਕਰ ਰਿਹਾ ਹੈ। ਸਰਬੀ ਰੂਪੀ ਰੰਗੀ ਤੂੰ ਹੈ, ਸਾਰਿਆਂ ਰੂਪਾਂ ਰੰਗਾਂ ਦੇ ਵਿੱਚ ਫਿਰ ਉਹ ਹੀ ਨਜ਼ਰੀ ਪੈਂਦਾ ਹੈ, ਇੱਕ ਦਾ ਹੀ ਪਸਾ ਨਜ਼ਰੀ ਪੈਂਦਾ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਨੌਨਿਧ ਦਾ ਮਤਲਬ ਜਿਹੜੇ ਦੁਨੀਆ ਦੇ 9 ਖਜ਼ਾਨੇ ਮੰਨੇ ਗਏ ਨੇ ਪਦਾਰਥਾਂ ਦੇ, ਜਿਨ੍ਹਾਂ ਕਰਕੇ ਸਾਡੀ ਜ਼ਿੰਦਗੀ ਵਿੱਚ ਸੁੱਖ ਆਉਂਦੇ ਨੇ, ਤਾਂ ਗੁਰੂ ਜੀ ਕਹਿੰਦੇ ਨੇ ਪ੍ਰਭੂ ਦਾ ਨਾਮ। ਨਾਮ ਦਾ ਮਤਲਬ ਜੋ ਰੱਬ ਦਾ ਹੁਕਮ ਹੈ, ਰੱਬ ਦੇ ਗੁਣ ਨੇ, ਇਹੀ 9 ਨਿਧਾਂ ਦਾ ਖਜ਼ਾਨਾ ਹੈ, ਭਾਵ ਇਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜਿਵੇਂ ਅਸੀਂ ਰਹਾਉ ਦੀ ਪੰਕਤੀ ਵਿੱਚ ਪੜ੍ਹਦੇ ਹਾਂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਜੋ ਰੱਬ ਦਾ ਹੁਕਮ ਹੈ ਨਾ, ਇਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਜਿੰਨੇ ਵੀ ਸੁੱਖ ਨੇ ਉਹ ਰੱਬੀ ਹੁਕਮ ਦੇ ਵਿੱਚ ਨੇ। ਜਦੋਂ ਵੀ ਅਸੀਂ ਹੁਕਮ ਤੋਂ ਬਾਹਰ ਕੁਝ ਕਰਨ ਦਾ ਯਤਨ ਕਰਾਂਗੇ, ਉਦੋਂ ਦੁੱਖ ਆਏਗਾ। ਸਿਸਟਮ ਤੋਂ ਬਾਹਰ ਜਦੋਂ ਵੀ ਕੁਝ ਕਰੋਗੇ, ਉਦੋਂ ਦੁੱਖ ਜ਼ਿੰਦਗੀ ਦੇ ਅੰਦਰ ਆਏਗਾ। ਸਿਸਟਮ ਨੂੰ ਫੋਲੋ ਕਰੋਗੇ, ਫਿਰ ਜੀਵਨ ਵਿੱਚ ਦੁੱਖ ਨਹੀਂ ਆਏਗਾ। ਤਾਂ ਗੁਰੂ ਜੀ ਕਹਿੰਦੇ ਨੇ ਸਾਰੇ ਜੋ 9 ਦੀ ਖਜ਼ਾਨੇ ਨੇ, ਨਿਧੀਆਂ ਨੇ, ਭਾਵ ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਭੂ ਦਾ ਹੁਕਮ ਹੈ। ਤੇ ਉਹ ਹੁਕਮ ਕਿੱਥੇ ਹੈ, ਉਹ ਸੁੱਖ ਕਿੱਥੇ ਨੇ? ਦੇਹੀ ਮਹਿ ਇਸਕਾ ਵਿਸਰਾਮ। ਸਰੀਰ ਦੇ ਵਿੱਚ ਹੀ ਇਹਦਾ ਟਿਕਾਣਾ ਹੋ ਜਾਂਦਾ ਹੈ। ਰੱਬ ਦੇ ਹੁਕਮ ਦਾ ਫਿਰ ਸਰੀਰ ਵਿੱਚ ਟਿਕਾਣਾ ਹੋ ਜਾਂਦਾ ਹੈ, ਭਾਵ ਕਿ ਅੰਦਰੋਂ ਹੀ ਉਹਨੂੰ ਸਮਝ ਆ ਜਾਂਦੀ ਹੈ ਕਿ ਮੈਂ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਣੀ ਹੈ। ਤੇ ਰੱਬ ਦੇ ਹੁਕਮ ਮੁਤਾਬਕ ਜੋ ਜ਼ਿੰਦਗੀ ਜੀਂਦਾ ਹੈ, ਫਿਰ ਉਹਦੇ ਅੰਦਰ ਸਾਰੇ ਸੁੱਖ ਟਿਕ ਜਾਂਦੇ ਨੇ। ਫਿਰ ਐਸਾ ਬੰਦਾ ਦੁਖੀ ਨਹੀਂ ਹੁੰਦਾ, ਅਸ਼ਾਂਤ ਨਹੀਂ ਹੁੰਦਾ। ਫਿਰ ਉਹ ਸੁੱਖਾਂ ਦਾ ਖਜ਼ਾਨਾ ਅੰਦਰ ਵਸ ਜਾਂਦਾ ਹੈ, ਕਿਉਂਕਿ ਸੁੱਖਾਂ ਦਾ ਖਜ਼ਾਨਾ ਹੈ ਰੱਬ ਦੇ ਗੁਣ, ਰੱਬ ਦਾ ਹੁਕਮ। ਤੇ ਜਿਹੜਾ ਸਿਸਟਮ ਨੂੰ ਫੋਲੋ ਕਰ ਰਿਹਾ ਹੈ, ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀ ਰਿਹਾ ਹੈ, ਔਰ ਜਿਹੜਾ ਮਨ ਬਚਨ ਕਰਕੇ ਗੁਣਾਂ ਦਾ ਧਾਰਨੀ ਹੈ, ਉਹ ਇਨਸਾਨ ਸੁਖੀ ਔਰ ਸ਼ਾਂਤ ਹੋਏਗਾ। ਸੁਨ ਸਮਾਦ ਅਨਹਤ ਤਹਿ ਨਾਦ। ਸੁਨ ਸਮਾਦ, ਇਹ ਚੀਜ਼ ਸਮਝਣ ਵਾਲੀ ਹੈ। ਆਮ ਜਿਹੜੇ ਜੋਗੀ ਨੇ ਉਹ ਸਮਾਧੀਆਂ ਲਾਉਂਦੇ ਨੇ, ਪਰ ਗੁਰੂ ਜੀ ਕਹਿੰਦੇ ਨੇ ਫਿਰ ਜਿਹੜਾ ਰੱਬੀ ਰਜ਼ਾ ਦੇ ਅੰਦਰ ਤੁਰਦਾ ਹੈ ਨਾ, ਉਸ ਮਨੁੱਖ ਦੇ ਅੰਦਰ ਜਿਹੜੀ ਸੁਰਤ ਹੈ, ਅਨਹਦ ਦਾ ਮਤਲਬ ਲਗਾਤਾਰ, ਨਾਦ ਦਾ ਮਤਲਬ ਆਵਾਜ਼, ਗੁਣ, ਹੁਕਮ, ਰੱਬ ਦੀ ਸ਼ੋਭਾ, ਸਿਫਤ ਸਲਾਹ। ਸੁਨ ਸਮਾਦ, ਉਸ ਮਨੁੱਖ ਦੇ ਅੰਦਰ ਜਿਹੜੀ ਸੁੰਝ ਦੀ ਸਮਾਧੀ ਹੁੰਦੀ ਹੈ, ਸੁੰਝ ਪੈਦਾ ਹੋ ਜਾਂਦੀ ਹੈ। ਸੁੰਝ ਦਾ ਮਤਲਬ ਇਹ ਨਹੀਂ ਕਿ ਨੌਨ ਬੀਇੰਗ ਦੀ ਅਵਸਥਾ ਨਹੀਂ ਹੈ, ਉਹਦੇ ਅੰਦਰ ਵਿਕਾਰਾਂ ਵੱਲੋਂ ਸੁੰਝ ਹੈ। ਉਹਦੇ ਮਨ ਦੇ ਅੰਦਰ ਹੁਣ ਵਿਕਾਰ ਨਹੀਂ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਧਰੋਂ ਸੁੰਝ ਹੈ। ਇਹ ਵਿਕਾਰ ਨਹੀਂ ਹਨ, ਕੇਵਲ ਅੰਦਰ ਲਗਾਤਾਰ ਰੱਬੀ ਗੁਣ ਨੇ। ਅੰਦਰ ਵਿਕਾਰਾਂ ਵੱਲੋਂ ਸੁੰਝ ਹੋ ਗਈ ਹੈ, ਵਿਕਾਰ ਉਹਦੇ ਵਿੱਚ ਨਹੀਂ ਰਹੇ। ਜਿਵੇਂ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ, ਪੰਚ ਮਨਾਏ ਪੰਚ ਰੁਸਾਏ, ਕਿ ਜਿਹੜੇ 5 ਕਾਮ, ਕ੍ਰੋਧ, ਲੋਭ ਆਦਿਕ ਨੇ, ਇਹਨਾਂ ਨੂੰ ਰੁਸਾ ਦਿੱਤਾ ਹੈ, ਤੇ 5 ਸਤ, ਸੰਤੋਖ, ਦਇਆ, ਧਰਮ ਆਦਿਕ ਗੁਣਾਂ ਨੂੰ ਅੰਦਰ ਵਸਾ ਲਿਆ ਹੈ। ਉਹਦੇ ਅੰਦਰ ਵਿਕਾਰ ਨਹੀਂ ਰਹਿੰਦੇ, ਉਹਦੇ ਅੰਦਰ ਲਗਾਤਾਰ ਰੱਬੀ ਗੁਣਾਂ ਦੀ ਇੱਕ ਧੁਨ ਹੈ, ਰੱਬੀ ਗੁਣਾਂ ਦੀ ਇੱਕ ਲਗਾਤਾਰ ਲਗਨ ਹੈ। ਉਹਦੇ ਅੰਦਰ ਲਗਾਤਾਰ ਸਿਰਫ ਗੁਣਾਂ ਦਾ ਪ੍ਰਭਾਵ ਹੈ, ਹੋਰ ਉਹਦੇ ਅੰਦਰ ਨਹੀਂ। ਇਸੇ ਨੂੰ ਸਮਾਧੀ ਕਹਿੰਦੇ ਨੇ। ਸਮਾਧੀ ਦਾ ਮਤਲਬ ਅੱਖਾਂ ਬੰਦ ਕਰਨੀਆਂ ਨਹੀਂ ਹੈ। ਸੁਣ ਸਮਾਧੀ ਦਾ ਮਤਲਬ ਅੱਖਾਂ ਬੰਦ ਕਰਨੀਆਂ ਨਹੀਂ। ਆਪਣੀ ਮੈਂਟੈਲਿਟੀ, ਮਾਨਸਿਕਤਾ ਦੇ ਵਿੱਚੋਂ ਅਵਗੁਣਾਂ ਨੂੰ ਡਿਲੀਟ ਕਰਕੇ ਗੁਣਾਂ ਦੇ ਧਾਰਨੀ ਹੋ ਜਾਣਾ ਹੀ ਸਮਾਧੀ ਹੈ, ਕਿਉਂਕਿ ਹੁਣ ਉਹਦਾ ਮਨ ਡੋਲਦਾ ਨਹੀਂ ਨਾ। ਸਮਾਧੀ ਦਾ ਮਤਲਬ ਮਨ ਟਿਕ ਗਿਆ ਗੁਣਾਂ ਵਿੱਚ। ਕਹਿਣ ਨਾ ਜਾਈ ਅਚਰਜ ਵਿਸਮਾਦ। ਅਚਰਜ ਦਾ ਮਤਲਬ ਹੈਰਾਨ, ਇਹਨੂੰ ਅਚਰਜ ਨਹੀਂ ਪੜਨਾ, ਅਚਰਜ ਨਹੀਂ ਪੜਨਾ, ਅਚਰਜ। ਕਹਿਣ ਨਾ ਜਾਈ ਅਚਰਜ ਵਿਸਮਾਦ। ਅਜਿਹਾ ਅਚਰਜ ਇੱਕ ਰਸ, ਰਾਗ, ਰੂਪ, ਆਨੰਦ ਬਣਿਆ ਰਹਿੰਦਾ ਹੈ, ਜਿਹਨੂੰ ਬਿਆਨ ਨਹੀਂ ਕਰ ਸਕਦਾ। ਇਸ ਦੀ ਅਦਭੁਤਤਾ, ਇਸ ਦੀ ਅਚਰਜਤਾ ਵਰਣਨ ਨਹੀਂ ਹੋ ਸਕਦੀ। ਜਿਹੜਾ ਅੰਦਰ ਆਨੰਦ ਬਣਦਾ ਨਾ, ਦੇਖੋ ਇਹ ਚੀਜ਼ ਨੂੰ ਥੋੜਾ ਜਿਹਾ ਅਸਾਂ ਸਮਝਣ ਦਾ ਯਤਨ ਕਰਨਾ ਹੈ ਕਿ ਜੇ ਸਾਡੇ ਅੰਦਰ ਕੇਵਲ ਗੁਣ ਹੋਣ, ਮਨ, ਬਚਨ ਔਰ ਕਰਮ ਕਰਕੇ, ਦੇਖੋ ਅਸੀਂ ਇਹ ਕਲਾਸ ਵਿੱਚ ਹੈ ਨਾ, ਤੇ ਅਸੀਂ ਕੇਵਲ ਗੁਣਾਂ ਦੀ ਜਾਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ। ਤੁਸੀਂ ਸੁਣ ਰਹੇ ਹੋ, ਮੈਂ ਗੁਰਬਾਣੀ ਦੀ ਗੱਲ ਕਰ ਰਿਹਾ,
ਜ਼ਰੂਰੀ ਨਹੀਂ ਕਿ ਮੈਂ ਜਾਂ ਤੁਸੀਂ ਸਾਰਿਆਂ ਨੇ ਇਹਨਾਂ ਚੀਜ਼ਾਂ ਨੂੰ ਅਪਣਾ ਲਿਆ ਹੋਵੇ ਜਾਂ ਇਹ ਸਾਰਾ ਕੁਝ ਮੇਰੇ ਜੀਵਨ ਵਿੱਚ ਜਾਂ ਤੁਹਾਡੇ ਵਿੱਚ ਆ ਗਿਆ ਹੋਵੇ, ਇਹ ਜ਼ਰੂਰੀ ਨਹੀਂ। ਤੇ ਜ਼ਰੂਰੀ ਵੀ ਨਹੀਂ ਕਿ ਸਾਰਿਆਂ ਦੇ ਵਿੱਚ ਨਾ ਵੀ ਆਇਆ ਹੋਏ, ਹੋ ਸਕਦਾ ਸਾਡੇ ਵਿੱਚੋਂ ਬਹੁਤਿਆਂ ਦਾ ਜੀਵਨ ਐਸਾ ਹੋਵੇ। ਪਰ ਇਹ ਗੱਲ ਸਮਝਣ ਦਾ ਯਤਨ ਕਰਨਾ ਹੈ ਕਿ ਗੁਰਬਾਣੀ ਦੀ ਗੱਲ ਮੈਂ ਕਰ ਰਿਹਾ ਤੇ ਤੁਸੀਂ ਸੁਣ ਰਹੇ ਹੋ। ਹੁਣ ਬਾਡੀ ਲੈਂਗੁਏਜ ਸਾਡੀ ਦੱਸ ਰਹੀ ਹੈ ਕਿ ਸਾਡੇ ਅੰਦਰ ਕਿੰਨੀ ਖੁਸ਼ੀ ਬਣੀ ਹੋਈ ਹੈ ਇਸ ਟਾਈਮ। ਸਾਰਿਆਂ ਦੇ ਅੰਦਰ ਸ਼ਾਂਤੀ ਹੈ, ਸਾਰਿਆਂ ਦੇ ਅੰਦਰ ਪ੍ਰਸੰਨਤਾ ਹੈ। ਹੁਣ ਕੋਈ ਦੁਨਿਆਵੀ ਝਗੜਾ, ਈਰਖਾ, ਦਵੇਸ਼, ਵੈਰ ਵਿਰੋਧ ਸਾਡੇ ਅੰਦਰ ਨਹੀਂ ਹੈ। ਕਿੰਨੀ ਖੁਸ਼ੀ ਹੈ ਨਾ ਬਣਨੀ। ਇਹ ਗੱਲਾਂ ਸਿਰਫ ਕਰਕੇ ਔਰ ਸੁਣ ਕੇ ਜੇ ਇੰਨੀ ਸ਼ਾਂਤੀ ਔਰ ਖੁਸ਼ੀ ਹੈ ਤੇ ਅੰਦਾਜ਼ਾ ਲਗਾਓ ਕਿ ਜੇ ਇਹਨਾਂ ਗੱਲਾਂ ਦੇ ਉੱਤੇ ਅਸੀਂ ਅਮਲ ਕਰ ਲਈਏ ਮਨ, ਬਚਨ, ਕਰਮ ਕਰਕੇ, ਫਿਰ ਕਿੰਨੀ ਖੁਸ਼ੀ ਹੋਏਗੀ, ਫਿਰ ਕਿੰਨਾ ਕੁ ਆਨੰਦ ਹੋਏਗਾ, ਬਿਆਨ ਨਹੀਂ ਨਾ ਕੀਤਾ ਜਾ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜੇ ਲੋਕ ਮਨ, ਬਚਨ, ਕਰਮ ਕਰਕੇ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਦੀ ਜਿਹੜੀ ਅਚਰਜਤਾ ਹੈ, ਜਿਹੜੀ ਖੁਸ਼ੀ ਹੈ, ਜਿਹੜਾ ਖੇੜਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ ਹੈ। ਔਰ ਇੱਕ ਹੋਰ ਮਿਸਾਲ ਨਾਲ ਅਸੀਂ ਸਮਝਦੇ ਹਾਂ, ਦੇਖੋ ਗੁਲਾਬ ਦਾ ਫੁੱਲ ਹੈ ਨਾ, ਤਾਂ ਗੁਲਾਬ ਦਾ ਫੁੱਲ ਕਿੰਨਾ ਸੋਹਣਾ ਹੈ। ਅਸੀਂ ਦੇਖਦੇ ਹਾਂ ਔਰ ਸਾਰੇ ਅਸੀਂ ਉਸ ਦੀ ਸੁੰਦਰਤਾ ਨੂੰ ਮਾਣਦੇ ਵੀ ਹਾਂ ਕਿ ਗੁਲਾਬ ਦਾ ਫੁੱਲ ਬੜਾ ਸੋਹਣਾ ਹੈ। ਜੇ ਪੁੱਛੀਏ ਗੁਲਾਬ ਦਾ ਫੁੱਲ ਤੇ ਅਸੀਂ ਕਵਾਂਗੇ ਬੜਾ ਸੋਹਣਾ ਹੈ, ਬੜਾ ਪਿਆਰਾ ਹੈ। ਤੇ ਜੇ ਮੈਂ ਪੁੱਛਾਂ ਵੀ ਕਿੰਨਾ ਕੁ ਸੋਹਣਾ ਹੈ, ਤੇ ਤੁਸੀਂ ਫਿਰ ਕਹੋਗੇ ਬੜਾ ਸੋਹਣਾ ਹੈ। ਤੇ ਜੇ ਮੈਂ ਕਹਾਂ ਯਾਰ ਬੜਾ ਦੇ ਨਾਲ ਤੇ ਗੱਲ ਬਣ ਨਹੀਂ ਰਹੀ ਵੀ ਕਿੰਨਾ ਕੁ ਸੋਹਣਾ ਹੈ, ਤੇ ਤੁਸੀਂ ਕਹੋਗੇ ਹੁਣ ਦੱਸਿਆ ਥੋੜੀ ਜਾ ਸਕਦਾ ਵੀ ਗੁਲਾਬ ਦਾ ਫੁੱਲ ਜਿਹੜਾ 5 ਕਿਲੋ ਸੋਹਣਾ ਹੈ ਜਾਂ 2 ਕੁਇੰਟਲ ਸੋਹਣਾ ਹੈ, 3 ਮੀਟਰ ਸੋਹਣਾ ਹੈ ਜਾਂ 5 ਕਿਲੋਮੀਟਰ ਸੋਹਣਾ ਹੈ। ਉਹਨੂੰ ਕੋਈ ਲੰਬਾਈ, ਚੌੜਾਈ ਨੂੰ, ਵਜਨ ਨੂੰ ਨਾਪਿਆ ਥੋੜੀ ਜਾ ਸਕਦਾ ਸੁੰਦਰਤਾ ਨੂੰ। ਦੇਖੋ ਸਾਡੇ ਸਾਹਮਣੇ ਹੈ, ਅਸੀਂ ਉਹ ਸੁੰਦਰਤਾ ਨੂੰ ਮਾਣ ਰਹੇ ਹਾਂ, ਪਰ ਉਹ ਸੁੰਦਰਤਾ ਨੂੰ ਬਿਆਨ ਨਹੀਂ ਕਰ ਪਾ ਰਹੇ। ਸਿਰਫ ਇੰਨਾ ਕਹਿ ਰਿਹਾ ਕਿ ਬੜਾ ਸੋਹਣਾ ਹੈ, ਬਿਆਨ ਨਹੀਂ ਨਾ ਕਰ ਪਾ ਰਹੇ, ਮਾਣ ਰਹੇ ਹਾਂ। ਸੁੰਦਰਤਾ ਨੂੰ ਮਾਣਿਆ ਜਾ ਸਕਦਾ ਹੈ, ਬਿਆਨ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਜੇ ਕੋਈ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏ ਨਾ, ਤੇ ਜਿਹੜੇ ਸੁੱਖ ਨੇ ਉਹਨਾਂ ਨੂੰ ਮਾਣਿਆ ਜਾ ਸਕਦਾ ਹੈ, ਵਿਸਮਾਦ ਹੋਇਆ ਜਾ ਸਕਦਾ ਹੈ, ਲੇਕਿਨ ਲਫ਼ਜ਼ ਨਹੀਂ ਕਿ ਕਿਹੜੇ ਲਫ਼ਜ਼ਾਂ ਦੇ ਨਾਲ ਉਹਨੂੰ ਬਿਆਨ ਕਰ ਸਕੀਏ, ਅੰਤ ਨਹੀਂ ਪਾਇਆ ਜਾਂਦਾ। ਏਦਾਂ ਸੁੱਖ ਮਿਲ ਸਕਦਾ ਹੈ ਔਰ ਇਹ ਹਕੀਕਤ। ਕਦੇ ਬੰਦਾ ਐਸੇ ਵਿਸਮਾਦ ਦੇ ਅੰਦਰ ਪਲ ਦੋ ਪਲ ਵਾਸਤੇ ਚਲਾ ਜਾਂਦਾ ਹੈ, ਤੇ ਜੇ ਸਦਾ ਵਾਸਤੇ ਇਹਨਾਂ ਗੁਣਾਂ ਦਾ ਧਾਰਨੀ ਹੋ ਜਾਏ ਤਾਂ ਹਕੀਕਤ ਹੈ ਕਿ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਆ ਸਕਦੀਆਂ ਨੇ। ਹੁਣ ਇਹੋ ਜਿਹਾ ਜਿਹੜਾ ਵਿਸਮਾਦ ਹੈ, ਇਨ ਦੇਖਿਆ ਜਿਸ ਆਪ ਦਿਖਾਏ, ਇਹ ਆਨੰਦ ਉਸ ਮਨੁੱਖ ਨੇ ਹੀ ਵੇਖਿਆ ਹੈ ਜਿਹਨੂੰ ਰੱਬ ਨੇ ਆਪ ਵਿਖਾਇਆ ਹੈ। ਆਪ ਵਿਖਾਇਆ ਦਾ ਮਤਲਬ ਜਿਹਨੂੰ ਰੱਬ ਨੇ ਹੁਕਮ ਵਿੱਚ ਤੋਰਿਆ ਹੈ, ਜੋ ਰੱਬੀ ਹੁਕਮ ਦੇ ਵਿੱਚ ਤੁਰਿਆ ਹੈ। ਹੁਣ ਆਪ ਕਿਵੇਂ ਦਿਖਾਏਗਾ? ਰੱਬ ਤਾਂ ਸਾਰਿਆਂ ਨੂੰ ਦਿਖਾ ਰਿਹਾ ਨਾ ਦੁਨੀਆ। ਜਿਹੜਾ ਹੁਕਮ ਦੇ ਵਿੱਚ ਤੁਰੇਗਾ, ਜਿਹੜਾ ਇਸ ਸਿਸਟਮ ਨੂੰ ਸਮਝੇਗਾ, ਜਿਹੜਾ ਗਿਆਨ ਅੰਜਨ ਗੁਰ ਦੀਆ, ਜੋ ਗੁਰੂ ਦੇ ਗਿਆਨ ਦਾ ਸੁਰਮਾ ਜਿਸ ਨੇ ਪਵਾ ਲਿਆ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੇਗਾ, ਉਹਨੂੰ ਫਿਰ ਇਹ ਰਸ, ਉਹਨੂੰ ਇਹ ਖੁਸ਼ੀ, ਉਹਨੂੰ ਇਹ ਆਨੰਦ ਰੱਬ ਵਿਖਾ ਦਿੰਦਾ ਹੈ, ਅੰਦਰ ਬੈਠਾ ਰੱਬ। ਨਾਨਕ ਤਿਸ ਜਨ ਸੋਝੀ ਪਾਏ, ਹੇ ਨਾਨਕ ਉਸ ਮਨੁੱਖ ਨੂੰ ਇਸ ਆਨੰਦ ਦੀ ਫਿਰ ਰੱਬ ਸੂਝ ਬਖਸ਼ਦਾ ਹੈ, ਉਹਨੂੰ ਇਹਦੀ ਸੂਝ ਮਿਲਦੀ ਹੈ, ਉਹ ਇਸ ਆਨੰਦ ਨੂੰ ਮਾਣਦਾ ਹੈ। ਕੌਣ? ਗਿਆਨ ਅੰਜਨ ਗੁਰ ਦੀਆ, ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦੀ ਦਾਤ ਦਿੱਤੀ, ਜੋ ਰੱਬੀ ਰਜਾ ਭਾਣੇ ਦੇ ਅੰਦਰ ਤੁਰੇ, ਉਹਨਾਂ ਨੇ ਫਿਰ ਇਸ ਚੀਜ਼ ਨੂੰ, ਆਨੰਦ ਨੂੰ ਮੰਨ ਲਿਆ, ਉਹਨਾਂ ਨੇ ਇਸ ਚੀਜ਼ ਨੂੰ ਵੇਖ ਲਿਆ, ਕਿਉਂਕਿ ਉਹਨਾਂ ਨੂੰ ਸੂਝ ਮਿਲ ਗਈ। ਇਸ ਲਈ ਜੇ ਅਸੀਂ ਐਸੀ ਜ਼ਿੰਦਗੀ ਜੀਣੀ ਚਾਹੁੰਦੇ ਹਾਂ, ਅਸੀਂ ਵੀ ਇਸ ਆਨੰਦ ਨੂੰ ਵੇਖਣਾ ਚਾਹੁੰਦੇ ਹਾਂ, ਤਾਂ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ, ਗਿਆਨ ਅੰਜਨ ਗੁਰ ਦੀਆ। ਤੇ ਉਹਦੇ ਵਾਸਤੇ ਇੱਕੋ ਹੀ ਹੈ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਰੱਬ ਦਾ ਹੁਕਮ ਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ। ਉਹਦੇ ਲਈ ਇੱਕ ਹੀ ਚੀਜ਼ ਹੈ, ਹੁਕਮ ਰਜ਼ਾਈ ਚੱਲਣਾ। ਉਹਦੇ ਵਾਸਤੇ ਇੱਕੋ ਹੀ ਰਾਸਤਾ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਣੀ ਔਰ ਗੁਰੂ ਦੇ ਗਿਆਨ ਅਨੁਸਾਰ, ਗੁਰੂ ਤੋਂ ਗਿਆਨ ਦੀ ਦਾਤ ਲੈ ਕੇ, ਗਿਆਨ ਗੁਰੂ ਦੀ ਅਗਵਾਈ ਦੇ ਅੰਦਰ ਚੱਲ ਕੇ, ਵਿਵੇਕ ਬੁੱਧ ਹਾਸਲ ਕਰਕੇ, ਗੁਣਾਂ ਦੇ ਧਾਰਨੀ ਹੋ ਕੇ, ਰੱਬੀ ਰਜ਼ਾ ਦੇ ਵਿੱਚ ਤੁਰ ਕੇ ਐਸੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਤਾਂ ਵਾਹਿਗੁਰੂ ਦੀ ਰਹਿਮਤ ਕਰਨ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ,
ਵਿਚਾਰੀਏ, ਉਹਦੇ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਐਸੇ ਜੀਵਨ ਦਾ ਆਨੰਦ ਮਾਣ ਸਕੀਏ। ਮੈਂ ਇੰਨਾ ਕੁਛ ਕਹਿੰਦਾ ਖਿਮਾ ਦਾ ਜਾ ਚੁੱਕਾ ਹਾਂ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਪੁੱਛ ਸਕਦਾ ਹੈ, ਔਰ ਜੇ ਕਿਸੇ ਵੀਰ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਦੇ ਸਕਦਾ ਹੈ। ਵੀਰ ਗੁਰਮੁਖ ਸਿੰਘ ਜੀ ਹੁਣ ਅਗਲੀ ਕਾਰਵਾਈ ਕਰਨਗੇ, ਉਹ ਅਨਮਿਊਟ ਹੋ ਗਏ ਨੇ, ਤੇ ਫੇਸਬੁੱਕ ਤੇ ਵੀ ਜਿਹੜੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਮੈਂ ਉਹਨਾਂ ਸਾਰਿਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਗਿਆਨੀ ਮੋਹਨ ਸਿੰਘ ਜੀ। ਹਾਂਜੀ, ਜਿੱਦਾਂ ਆਪਣੇ ਗਿਆਨੀ ਜੀ ਨੇ ਕਿਹਾ ਹੀ ਆ ਜੀ, ਜੇ ਕਿਸੇ ਨੇ ਕੋਈ ਸਵਾਲ ਕਰਨਾ, ਕੋਈ ਸਵਾਲ ਜਵਾਬ ਕਰਨਾ ਜਾਂ ਕੋਈ ਆਪਣੇ ਵਿਚਾਰ ਦੇਣੇ ਆ, ਜ਼ਰੂਰ ਅਨਮਿਊਟ ਹੋ ਲਓ ਜੀ। ਹਾਂਜੀ, ਹਜੇ ਤਾਂ ਕੋਈ ਹੋਇਆ ਕੋਈ ਨਹੀਂ ਆਇਆ ਜੀ। ਹਾਂਜੀ, ਅਨਮਿਊਟ ਹੋ ਜਾਓ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹਾਂਜੀ, ਹੈ, ਆਪਣੇ ਬਾਰ-ਬਾਰ ਨਾ ਭਾਈ ਸਾਹਿਬ ਗਗਨਦੀਪ ਸਿੰਘ ਜੀ। ਹਾਂਜੀ, ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਹਾਂਜੀ, ਫਤਿਹ ਜੀ ਫਤਿਹ। ਹਾਂਜੀ ਮਹਾਰਾਜ, ਇੱਕ ਪੰਕਤੀ ਹੈ ਸੁਖਮਨੀ ਸਾਹਿਬ ਵਿੱਚ, ਬਹੁਤ ਸਿਆਣਪ ਜਮ ਕਾ ਭੋਗ ਵਿਆਪੈ। ਉਹਦੀ ਮਾੜੀ ਜੀ ਅਰਥ ਕਰੋਗੇ ਤੁਸੀਂ? ਹਾਂਜੀ ਬੇਟੇ, ਉਹਦਾ ਮਤਲਬ ਹੈਗਾ ਬਹੁਤ ਸਿਆਣਪ ਦਾ ਮਤਲਬ ਹੈਗਾ ਚਤੁਰਾਈ। ਸਿਆਣਪ ਦਾ ਮਤਲਬ ਉੱਥੇ ਨਾ ਚਤੁਰਾਈ ਹੈ। ਬਹੁਤ ਸਿਆਣਪ ਦਾ ਮਤਲਬ ਜਿਹੜਾ ਬੰਦਾ ਬਹੁਤ ਚਤੁਰਾਈਆਂ ਕਰਦਾ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ ਤੇ ਹੇਰਾ ਫੇਰੀਆਂ ਕਰਦਾ ਹੈ। ਜਮ ਕਾ ਭਉ ਵਿਆਪੇ ਦਾ ਮਤਲਬ ਉਹਨੂੰ ਆਤਮਿਕ ਮੌਤ ਦਾ ਡਰ ਹਮੇਸ਼ਾ ਵਿਆਪਦਾ ਰਹਿੰਦਾ ਹੈ। ਆ ਜਿਹੜੇ ਕਾਮ ਕ੍ਰੋਧ ਜਮ ਨੇ ਨਾ, ਇਹਨਾਂ ਨੂੰ ਜਮ ਕਹਿ ਰਹੇ ਨੇ, ਇਹਨਾਂ ਦਾ ਖਤਰਾ ਉਹਦੇ ਸਿਰ ਤੇ ਮੰਡਰਾਉਂਦਾ ਰਹਿੰਦਾ ਹੈ, ਔਰ ਉਹਨੂੰ ਆਤਮਿਕ ਮੌਤੇ ਮਰਨ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ, ਜਿਹੜਾ ਚਲਾਕੀਆਂ ਕਰਦਾ ਹੈ। ਚਲਾਕੀ ਉਹਨੂੰ ਕਹਿੰਦੇ ਨੇ, ਜਿਵੇਂ ਮੈਂ ਤੁਹਾਡੇ ਨਾਲ ਈਰਖਾ ਕਰਾਂ, ਉਤੋਂ ਤਾਂ ਮੈਂ ਕਹਾਂ ਗਗਨਦੀਪ ਜੀ ਤੁਸੀਂ ਬੜੇ ਪਿਆਰੇ ਹੋ, ਬੜਾ ਚੰਗਾ ਕੀਰਤਨ ਕਰਦੇ ਹੋ, ਬੜਾ, ਲੇਕਿਨ ਅੰਦਰੋਂ ਤੁਹਾਡੀਆਂ ਜੜ੍ਹਾਂ ਵੱਢਾਂ, ਇਹਨੂੰ ਕਹਿੰਦੇ ਨੇ ਚਲਾਕੀਆਂ ਕਰਨੀਆਂ। ਤੇ ਜਿਹੜਾ ਇਹੋ ਜਿਹੀਆਂ ਚਲਾਕੀਆਂ ਕਰਦਾ ਉਹ ਆਤਮਿਕ ਮੌਤੇ ਮਰ ਜਾਂਦਾ ਹੈ। ਆਤਮਿਕ ਮੌਤੇ ਮਰਨ ਦਾ ਮਤਲਬ ਕਿ ਉਹਦੇ ਅੰਦਰੋਂ ਜ਼ਮੀਰ ਮਰ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਤਾਂ ਜਿਸ ਬੰਦੇ ਦੇ ਅੰਦਰ ਬਹੁਤ ਜ਼ਿਆਦੀਆਂ ਚਲਾਕੀਆਂ ਨੇ, ਉਹਨੂੰ ਆਤਮਿਕ ਮੌਤੇ ਮਰਨ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਆਤਮਿਕ ਮੌਤ ਉਹਨੂੰ ਆਪਣੇ ਸਕੰਜੇ ਵਿੱਚ ਜਕੜੀ ਰੱਖਦੀ ਹੈ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਧੰਨਵਾਦ, ਥੈਂਕ ਯੂ ਜੀ ਧੰਨਵਾਦ। ਗਗਨਦੀਪ ਸਿੰਘ ਜੀ। ਹਾਂਜੀ, ਤਾਂ ਮੇਰੇ ਖਿਆਲ ਜੀ ਆਪਣੇ ਹਜੇ ਹੋਰ ਤੋਂ ਕੋਈ ਅਨਮਿਊਟ ਹੋਇਆ ਨਹੀਂ ਜੀ। ਤਾਂ ਵਿਗਿਆਨ ਜੀ, ਮੇਰੇ ਖਿਆਲ ਆਪਾਂ ਇੱਥੇ ਹੀ ਅੱਜ ਦੀ ਸਮਾਪਤੀ ਕਰ ਦਿੰਦੇ ਹਾਂ। ਹਾਂਜੀ, ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਨੂੰ ਫਿਰ ਜੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੀ।